ਗੱਲਬਾਤ ਕਰਾਂ, ਰੂਬਰੂ ਹੋਵਾਂ। ਹੈ ਜੀ। ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਵੀ, ਸਰੋਤਿਆਂ ਨੇ ਕਿਹਾ ਵੀ, ਅਤੇ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਅੱਜ ਹਾਜ਼ਰ ਹਾਂ। ਬੜਾ ਮੇਰਾ ਦਿਲ ਕਰਦਾ, ਜਦ ਵੀ ਕਦੇ ਕਿਸੇ ਦੇ ਟੈਲੀਫੋਨ ਆਉਂਦੇ ਨੇ ਮੈਂ ਮੋਸਟਲੀ ਅਟੈਂਡ ਕਰਦਾ, ਪਰ ਕਈ ਵਾਰੀ ਕੋਈ ਰਹਿ ਜਾਂਦਾ ਅਤੇ ਮੈਨੂੰ ਹਮੇਸ਼ਾ ਹੀ ਡਰ ਲੱਗਿਆ ਰਹਿੰਦਾ ਰੱਬ ਤੋਂ ਕਿ ਮੈਂ ਕੋਈ ਮੇਰੇ ਤੋਂ ਨਾਰਾਜ਼ ਨਾ ਹੋ ਜੇ, ਕਿਸੇ ਨੂੰ ਕਿਸੇ ਦਾ ਮਨ ਮੇਰੇ ਕਰਕੇ ਨਾ ਦੁਖੀ ਹੋਵੇ, ਕਿਸੇ ਦਾ ਦਿਲ ਨਾ ਦੁਖੀ ਹੋਵੇ। ਇਸ ਗੱਲ ਦਾ ਮੈਨੂੰ ਹਮੇਸ਼ਾ ਹੀ ਰਹਿੰਦਾ ਅਤੇ ਬਹੁਤ ਖੁਸ਼ੀ ਹੈ ਤੁਹਾਡੇ ਸਾਰਿਆਂ ਨਾਲ ਮਿਲ ਕੇ। ਬੜਾ ਅੱਛਾ ਲੱਗਦਾ, ਤੁਸੀਂ ਇੰਨਾ ਪਿਆਰ ਕਰਦੇ ਹੋ, ਇੰਨਾ ਮਾਣ ਦਿੰਦੇ ਹੋ, ਇੰਨਾ ਸਤਿਕਾਰ ਦਿੰਦੇ ਹੋ। ਸਗੋਂ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਹਮੇਸ਼ਾ ਜਾ ਕੇ ਕਈ ਵਾਰੀ ਮੇਰੀ ਅੱਖ ਛੰਝੂ ਵੀ ਆ ਜਾਂਦੇ ਹੈ, ਔਰ ਮੈਂ ਹਮੇਸ਼ਾ ਅਰਦਾਸ ਕਰਦਾ ਕਿ ਗੁਰੂ ਮੈਂ ਇੰਨੇ ਜੋਗਾ ਨਹੀਂ ਸੀ ਜਿੰਨਾ ਜੋਗਾ ਤੂੰ ਮੈਨੂੰ ਬਣਾਇਆ, ਕਿਉਂਕਿ ਤੁਸੀਂ ਲੋਕਾਂ ਨੇ, ਸਰੋਤਿਆਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ, ਇੰਨਾ ਮੈਨੂੰ ਹਿੱਕ ਨਾਲ ਲਾਇਆ ਕਿ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੁਹਾਡੇ ਇਸ ਪਿਆਰ ਨੇ, ਤੁਹਾਡੀਆਂ ਇਸ ਦੁਆਵਾਂ ਨੇ ਮੈਨੂੰ ਜ਼ਿੰਦਗੀ 'ਚ ਇੱਕ ਨਵਾਂ ਜੀਵਨ ਦਿੱਤਾ ਹੈ। ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਬਖਸ਼ੇ, ਤਰੱਕੀਆਂ ਬਖਸ਼ੇ, ਤੁਸੀਂ ਸਾਰੇ ਖੁਸ਼ ਰਹੋ। ਕਰੋਨਾ ਦਾ ਮਾਹੌਲ ਚੱਲ ਰਿਹਾ ਔਰ ਬੜੀ ਵਾਰੀ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਕਰੋਨੇ ਨਾਲ ਜਾਂ ਇਹੋ ਜਿਹੀ ਬਿਮਾਰੀਆਂ ਨਾਲ ਸਾਡੇ ਵੱਡ ਵਡੇਰਿਆਂ ਨੇ ਜੂਝੇ ਨੇ ਅਤੇ ਆਪਾਂ ਜਿੱਤੇ ਹਾਂ। ਸਾਰੇ ਲੋਕ ਜਿਹੜੇ ਇਸ ਧਰਤੀ ਤੋਂ ਚਲਾਣਾ ਕਰ ਗਏ, ਮੈਨੂੰ ਉਹਨਾਂ ਦੇ ਚਰਨਾਂ 'ਚ ਮੇਰਾ ਪ੍ਰਣਾਮ। ਉਹਨਾਂ ਦੀ ਆਤਮਾ ਨੂੰ ਰੱਬ ਆਪਣੇ ਚਰਨਾਂ 'ਚ ਰੱਖੇ। ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਆਪਾਂ ਨੂੰ ਆਪਣੀ ਸਿਹਤ ਹੈ ਤਾਂ ਸਾਰਾ ਕੁਛ ਹੀ ਹੈ, ਅਤੇ ਆਪਾਂ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ ਹੈ। ਜੋ ਕੁਛ ਵੀ ਹਦਾਇਤਾਂ ਆਪਾਂ ਨੂੰ ਗੌਰਮੈਂਟ ਨੇ ਦਿੱਤੀਆਂ ਨੇ, ਜਾਂ ਜਿੱਦਾਂ ਮਾਸਕ ਲਾਉਣਾ ਹੈ, ਆਪਾਂ ਸੈਨੀਟਾਈਜ਼ ਕਰਨਾ ਹੈ, ਜਾ ਕੇ ਡਿਟੋਲ ਲਾ ਕੇ ਨਹਾਉਣਾ ਹੈ, ਇਹ ਸਾਰਾ ਕੁਛ ਆਪਾਂ ਕਰਨਾ ਬਹੁਤ ਜ਼ਰੂਰੀ ਹੈ। ਮੈਨੂੰ ਪਤਾ ਹੈ ਦੁਨੀਆ ਬਹੁਤ ਦੁਖੀ ਹੈ, ਮੈਂ ਆਪ ਵੀ ਬਹੁਤ ਦੁਖੀ ਹਾਂ। ਬੜੇ ਕੰਮ ਆਪਣੇ ਖੜੇ ਨੇ, ਰੋਜ਼ਗਾਰ ਖੜਾ, ਸਾਰਾ ਕੁਛ ਬੰਦ ਹੈ, ਲੇਕਿਨ ਫਿਰ ਵੀ ਟਾਈਮ ਟੂ ਟਾਈਮ ਜਿਹੜੀ ਹੈ ਉਹ ਸਰਕਾਰ ਵੀ ਮਜਬੂਰ ਹੈ। ਜੇ ਆਪਾਂ ਉਹਨਾਂ ਦੀ ਜਗ੍ਹਾ ਹੋਈਏ ਤਾਂ ਆਪਾਂ ਵੀ ਸ਼ਾਇਦ ਇਹੀ ਕਰੀਏ, ਕਿਉਂਕਿ ਉਹਨਾਂ ਨੂੰ ਆਪਣੇ ਲੋਕਾਂ ਨਾਲ ਪਿਆਰ ਹੈ, ਇਸ ਕਰਕੇ ਉਹ ਇਹ ਗੱਲਾਂ ਆਪਾਂ ਨੂੰ ਹਦਾਇਤਾਂ ਦਿੰਦੇ ਆ ਤਾਂ ਆਪਾਂ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ। ਘਰ ਵੀ ਨਹੀਂ ਬੈਠਿਆ ਜਾਂਦਾ ਬੰਦੇ ਤੋਂ, ਕੰਮ ਵੀ ਕਰਨਾ ਚਾਹੀਦਾ। ਸੋ ਮੈਂ ਸਾਰਿਆਂ ਨੂੰ ਜ਼ਰੂਰ ਕਹੂੰਗਾ ਕਿ ਆਪਣੀ ਸਿਹਤ ਦਾ ਖਿਆਲ ਰੱਖੋ, ਕਿਉਂਕਿ ਤੁਸੀਂ ਸਾਰੇ ਇੱਕ ਇੱਕ ਜੀਅ ਜਿਹੜਾ ਰੱਬ ਨੇ ਪੈਦਾ ਕੀਤਾ ਇਸ ਧਰਤੀ 'ਤੇ, ਉਹਦਾ ਬੜੀ ਬੜੀ ਕੀਮਤ, ਉਹਦੀ ਕੀਮਤ ਕੋਈ ਦੇ ਨਹੀਂ ਸਕਦਾ। ਸੋ ਮੈਨੂੰ ਬਹੁਤ ਸਤਿਕਾਰ ਹੈ, ਮੈਂ ਤੁਹਾਡੇ ਸਾਰਿਆਂ ਵਾਸਤੇ ਅਰਦਾਸ ਹਮੇਸ਼ਾ ਗੁਰੂ ਮਹਾਰਾਜ ਦੇ ਚਰਨਾਂ 'ਚ, ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ, ਗੁਰੂ ਘਰ ਦੇ ਚਰਨਾਂ 'ਚ, ਮੰਦਰਾਂ 'ਚ, ਗੁਰਦੁਆਰਿਆਂ 'ਚ, ਮਸੀਤਾਂ 'ਚ ਜਾ ਜਾ ਕੇ ਮੈਂ ਦੀਏ ਜਲਾਉਣਾ ਔਰ ਪ੍ਰਾਰਥਨਾ ਕਰਦਾ। ਸਾਰਿਆਂ ਦੇ ਗਿਰਜੇ ਘਰ ਜਾਣਾ, ਸਭ ਜਗ੍ਹਾ, ਕਿ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਬੰਦਿਆਂ ਨੂੰ, ਸਾਰੇ ਧਰਮ ਦੇ ਬੰਦਿਆਂ ਨੂੰ, ਸਾਰੇ ਵਰਗ ਦੇ ਬੰਦਿਆਂ ਨੂੰ, ਜਿਹੜੇ ਵੀ ਤੇਰੇ ਦੁਨੀਆ ਦੇ ਇਸ ਬੰਦੇ ਤੋਂ ਪੈਦਾ ਕੀਤੇ ਹੈ, ਤੇਰੇ ਆਪਣੇ ਬੱਚੇ, ਤੇਰੀ ਆਪਣੀ ਆਵਾਮ ਹੈ, ਉਹਨੂੰ ਖੁਸ਼ ਰੱਖੀ। ਅਤੇ ਬਸ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਦਿਲ ਕਰਦਾ। ਕੋਈ ਸਵਾਲ ਹੋਵੇ, ਕਈ ਵਾਰੀ ਰੂਬਰੂ ਹੋਇਆ ਨਹੀਂ ਜਾਂਦਾ, ਪਰ ਅੱਜ ਆਪਾਂ ਜੋ ਵੀ ਤੁਹਾਡੇ ਸਵਾਲ ਨੇ, ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ, ਜੋ ਵੀ ਕਰਨਾ ਚਾਹੁੰਦੇ, ਮੈਂ ਹਾਜ਼ਰ ਹਾਂ। ਤੁਸੀਂ ਸਾਰੇ ਮੈਨੂੰ ਇੰਨਾ ਸਤਿਕਾਰ ਮਾਣ ਦਿੰਦੇ ਹੋ, ਮੇਰੇ ਕੋਲ ਕਈ ਵਾਰੀ ਸ਼ਬਦ ਹੀ ਮੁੱਕ ਜਾਂਦੇ ਵੀ ਮੈਂ ਕੀ ਆਖਾਂ ਕੀ ਨਾ ਆਖਾਂ। ਅਤੇ ਇਹ ਹਮੇਸ਼ਾ ਹੀ ਮੈਂ ਉਹ ਗੱਲ ਹਮੇਸ਼ਾ ਕਹਿੰਦਾ, ਘਰਦਿਆਂ ਨੂੰ ਵੀ ਕਹਿੰਦਾ ਅਤੇ ਗੱਲ ਆਵਾਮ ਨੂੰ ਵੀ ਕਹਿੰਦਾ, ਅਤੇ ਵੀ ਜੋ ਕੁਛ ਹਾਂ ਤੁਹਾਡੀਆਂ ਅਰਦਾਸਾਂ ਕਰਕੇ ਆ। ਤੁਸੀਂ ਅਰਦਾਸ ਮੇਰੇ ਲਈ ਕਰਦੇ ਹੋ ਗੁਰੂ ਮਹਾਰਾਜ ਦੇ ਚਰਨਾਂ 'ਚ। ਗੁਰੂ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਤਾਂ ਮੇਰੇ ਤਾਂ ਪੱਲੇ ਕੁਛ ਵੀ ਹੈ ਨਹੀਂ। ਜੋ ਕੁਛ ਮੈਨੂੰ ਮਾਣ ਸਤਿਕਾਰ ਦਿੱਤਾ ਉਹ ਤੁਸੀਂ ਦਿੱਤਾ, ਔਰ ਤੁਸੀਂ ਬਹੁਤ ਪਿਆਰ ਦਿੱਤਾ, ਅਤੇ ਮੈਂ ਇਸ ਪਿਆਰ ਅਤੇ ਸਤਿਕਾਰ ਜਿਹੜਾ ਹੈ ਇਹਨੂੰ ਆਪਣੇ ਦਿਲ 'ਚ ਇੰਨਾ ਸੰਭਾਲ ਕੇ ਰੱਖਦਾ ਕਿ ਜਿਹਦਾ ਮੈਂ ਅਲਫਾਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਸੋ ਕੋਈ ਵੀ ਤੁਹਾਡੇ ਸਵਾਲ, ਕੋਈ ਵੀ ਗੱਲ, ਕੋਈ ਵੀ ਬਾਤ ਜ਼ਰੂਰ ਪੁੱਛੋ। ਔਰ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਜੋ ਵੀ ਹਿੰਦੁਸਤਾਨ ਦੇ ਵਿੱਚ ਅੱਜ ਦਾ ਮਾਹੌਲ ਬਣਿਆ ਹੋਇਆ, ਆਪਾਂ ਨੂੰ ਸਾਰਿਆਂ ਨੂੰ ਮਿਲ ਕੇ, ਸਰਕਾਰ ਵੀ ਓਨਾ ਹੀ ਕੰਮ ਕਰ ਸਕਦੀ ਹੈ ਜਿੰਨਾ ਕੁ ਆਪਾਂ ਕਰ ਸਕਦੇ ਹਾਂ। ਮੇਰੇ ਹਿਸਾਬ ਨਾਲ ਆਪਾਂ ਨੂੰ ਸਰਕਾਰ ਨਾਲ ਮਿਲ ਕੇ, ਮੋਢੇ ਨਾਲ ਮੋਢਾ ਲਾ ਕੇ ਆਪਣੇ ਦੇਸ਼ ਨੂੰ ਆਪ ਸੰਭਾਲਣਾ ਚਾਹੀਦਾ, ਕਿਉਂਕਿ ਆਪਾਂ ਹਮੇਸ਼ਾ ਹੀ ਸ਼ਿਕਾਇਤ ਕਰਦੇ ਹਾਂ, ਦੇਸ਼ ਨੇ ਮੈਨੂੰ ਕੀ ਦਿੱਤਾ, ਮੇਰੇ ਦੇਸ਼ ਨੇ ਮੈਨੂੰ ਕੀ ਦਿੱਤਾ। ਇਹ ਬੜਾ ਜ਼ਰੂਰੀ ਹੈ ਕਿ ਆਪਾਂ ਆਪਣੇ ਦੇਸ਼ ਨੂੰ ਕੀ ਦਿੱਤਾ, ਇਹ ਬਹੁਤ ਜ਼ਰੂਰੀ ਹੈ। ਔਰ ਹਮੇਸ਼ਾ ਹੀ ਆਪਣੇ ਦੇਸ਼, ਆਪਣੇ ਪਰਿਵਾਰ ਅਤੇ ਆਪਣੇ ਘਰਦਿਆਂ ਦਾ ਖਿਆਲ ਰੱਖਣਾ ਚਾਹੀਦਾ, ਕਿਉਂਕਿ ਇਹ ਜਿਹੜੀ ਮਿੱਟੀ ਹੈ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ, ਸਾਰੇ ਹੀ ਆਪਣੇ ਨੇ, ਅਤੇ ਜੇ ਆਪਣੇ ਹੈਗੇ ਆ ਤਾਂ ਫਿਰ ਆਪਾਂ ਨੂੰ ਉਹਨਾਂ ਦਾ ਖਿਆਲ ਕਰਨਾ ਵੀ ਆਪਣਾ ਫਰਜ਼ ਬਣਦਾ ਹੈ।
ਸਰ ਫੈਨਸ ਪੁੱਛ ਰਹੇ ਨੇ ਯੂਵੀ ਭਾਈ ਦਾ ਕੀ ਹਾਲ ਹੈ? ਯੂਵੀ ਠੀਕ ਹੈ, ਅੱਜ ਕੱਲ੍ਹ ਗੋਲਫ ਖੇਡ ਰਿਹਾ। ਛੋਟੀ ਭੈਣ ਉਹਦੀ ਅਮਰਜੋਤ ਕੌਰ ਉਹ ਫਲੋਰੀਡਾ ਗਈ ਹੋਈ ਹੈ, ਉਹ ਟੈਨਿਸ ਖੇਡ ਰਹੀ ਹੈ। ਦੋਨਾਂ 'ਚ ਸ਼ਰਤ ਲੱਗੀ ਹੋਈ ਹੈ ਵੀ 3-4 ਸਾਲਾਂ ਬਾਅਦ ਕਿਹੜਾ ਵਰਲਡ ਚੈਂਪੀਅਨ ਪਹਿਲਾਂ ਬਣਦਾ ਹੈ। ਇਹ ਵੀ ਬਹੁਤ ਚੰਗੀ ਗੱਲ ਪਰਿਵਾਰ 'ਚ ਹੋਈ ਹੈ ਕਿ ਯੂਵੀ 5-5 6-6 ਘੰਟੇ ਗੋਲਫ ਦੀ ਪ੍ਰੈਕਟਿਸ ਕਰ ਰਿਹਾ ਔਰ ਉੱਥੇ 6-7 ਘੰਟੇ ਟੈਨਿਸ ਦੀ ਪ੍ਰੈਕਟਿਸ ਕਰ ਰਹੀ ਹੈ। ਸੋ ਦੇਖਦੇ ਹਾਂ ਦੋਨਾਂ 'ਚੋਂ ਕਿਹੜਾ ਪਹਿਲਾਂ ਗੋਲਫ ਚੈਂਪੀਅਨ ਬਣਦਾ ਕਿ ਟੈਨਿਸ ਚੈਂਪੀਅਨ ਬਣਦਾ। ਔਰ ਬੜੀ ਚੰਗੀ ਗੱਲ ਹੈ ਕਿ ਬੱਚੇ ਇਸ ਕੰਮ 'ਤੇ ਲੱਗੇ ਹੋਏ ਨੇ। ਬਾਕੀ ਯੂਵੀ ਵਰਗੇ ਬੱਚੇ ਬਾਰ-ਬਾਰ ਨਹੀਂ ਜੰਮਦੇ, ਐਮੀ ਵਰਗੇ ਸਾਰੇ ਬੱਚੇ ਜਿਹੜੇ ਹੈਗੇ ਸਪੋਰਟਸਮੈਨ ਖਾਸ ਕਰਕੇ ਮੈਨੂੰ ਬੜੇ ਚੰਗੇ ਲੱਗਦੇ। ਔਰ ਯੂਵੀ ਠੀਕ ਹੈ, ਤੁਹਾਡਾ ਸਾਰਾ ਜਿਹੜਾ ਪਿਆਰ ਸਤਿਕਾਰ ਉਹਦੇ ਕਰਕੇ ਹੀ ਉਹ ਅੱਜ ਉਸ ਮੁਕਾਮ ਤੇ ਪਹੁੰਚਿਆ। ਸਰ ਪਿੰਡਾਂ ਵਾਲੇ ਜਿਹੜੇ ਗਰੁੱਪ ਹੈ ਉਹ ਕਹਿੰਦੇ ਇੱਕ ਡਾਇਲੋਗ ਸ਼ੇਰਾਂ ਵਰਗੀ ਆਵਾਜ਼। ਉਹ ਕਈ ਵਾਰੀ ਉਹ ਤੁਸੀਂ ਸੁਣ ਰਹੇ ਹੋ ਸਾਰੇ, ਮੈਨੂੰ ਸੰਗ ਵੀ ਆ ਜਾਂਦੀ ਕਈ ਵਾਰੀ। ਤੇ ਮੈਂ ਹੁਣ ਸਾਰੇ ਪੁਰਾਣੇ ਡਾਇਲੌਗ ਤਾਂ ਤੁਸੀਂ ਸੁਣੇ ਹੋਏ ਆ, ਪਰ ਕਈ ਮੈਂ ਨਵੇਂ ਲਿਖੀ ਜਾਂਦਾ ਅੱਜ ਕੱਲ੍ਹ, ਕਿਉਂਕਿ ਕੁਐਸਟ ਰੈਂਪਲੀ ਫਿਲਮਸ ਵਾਲੇ ਮੇਰੀ ਪੂਜਯ ਵਾਈਫ ਅਤੇ ਮੇਰੇ ਛੋਟੇ ਭਰਾ ਵਰਗੇ ਅਮਿਤੋਜ ਗਰਗ ਜੀ, ਇਹ ਰੋਜ਼ ਹੀ ਮੈਨੂੰ ਕੋਈ ਨਾ ਕੋਈ ਕੰਮ ਲਾਈ ਰੱਖਦੇ ਜੀ, ਡਾਇਲੋਗ ਬੋਲੋ, ਆਹ ਕਰੋ, ਫਲਾਨਾ ਕਰੋ। ਤਾਂ ਮੈਨੂੰ ਰਾਈਟਿੰਗ ਮੈਂ ਪਹਿਲਾਂ ਬਹੁਤ ਕਰਦਾ ਸੀ, ਹੁਣ ਮੈਂ ਦੁਬਾਰਾ ਸ਼ੁਰੂ ਕਰਤੀ ਅਤੇ ਬੜੇ ਬੜੇ ਸ਼ੇਅਰ ਮੈਂ ਲਿਖੇ ਹੈ। ਸੋ ਇੱਕ ਮੈਂ ਚੀਜ਼ ਲਿਖੀ ਹੈ, ਤੁਸੀਂ ਸ਼ਾਇਦ ਤੁਹਾਨੂੰ ਚੰਗੀ ਲੱਗੇ, ਹਾਲਾਂਕਿ ਇਹ ਬੜੇ ਸ਼ਾਇਰਾਂ ਨੇ ਪਹਿਲਾਂ ਵੀ ਲਿਖੀ ਹੈ कि मैं कोई बर्फ़ नहीं हूँ जो पिघल जाऊँगा और मैं कोई हर्फ नहीं हूँ जो बदल जाऊँगा। काफ़िले वाले मुझे छोड़ गए हैं पीछे, एक दिन काफ़िले वालों से आगे निकल जाऊँगा। मैं भी चांद सितारों की तरह वक्त पे निकला हूँ, चांद सूरज की तरह वक्त पे ढल जाऊँगा। ऐ दुनिया वालों मुझे रोक सकते हो तो रोक लो, जादू हूँ जादू सारी दुनिया पे चल जाऊँगा। मोटिवेशन है, ਤੁਹਾਡੇ ਲੋਕਾਂ ਵਾਸਤੇ ਹੈ, ਇਕੱਲੇ ਸ਼ੇਰਾ ਸ਼ਾਇਰੀ ਨਹੀਂ ਹੈ, ਇਹ ਦਿਲ ਦੀ ਆਵਾਜ਼ ਹੈ, ਦਿਲ ਦੀਆਂ ਗਹਿਰਾਈਆਂ 'ਚੋਂ ਤੁਹਾਡੇ ਵਾਸਤੇ ਆਵਾਜ਼ ਹੈ। ਕਿ ਉੱਪਰ ਕੀ ਇੱਕੋ ਸ਼ੇਰ ਮੇਰੇ ਫਾਦਰ ਮੈਨੂੰ ਸੁਣਾਇਆ ਕਰਦੇ ਸੀ, ਉਹ ਮੇਰੇ ਬੜਾ ਤੁਸੀਂ ਸੁਣਿਆ ਵੀ ਹੈ ਕਿ मैंने हर गम को खुशी में ढाला है, मैंने हर गम को खुशी में ढाला है, मेरा हर एक चलन इस दुनिया से निराला है। जिन हादसों से मर जाते हैं लोग मुझे उन्हीं हादसों ने पाला है। ਅੱਜ ਦਾ ਸਮਾਂ ਵੀ ਕੁਝ ਐਸਾ ਹੀ ਚੱਲ ਰਿਹਾ ਹੈ। ਇਹ ਰੱਬ ਨੇ ਆਪਣੇ ਸਾਰਿਆਂ 'ਤੇ ਇੱਕ ਟੈਸਟਿੰਗ ਟਾਈਮ ਪਾਇਆ ਹੈ ਔਰ ਉਹ ਦੇਖਣਾ ਚਾਹ ਰਿਹਾ, ਉਹ ਨਿਰੰਕਾਰ ਪਿਤਾ ਖੁਦਾ ਅੱਲਾ ਵਾਹਿਗੁਰੂ ਰਾਮ ਦੇਖਣਾ ਚਾਹ ਰਿਹਾ ਹੈ ਕਿ ਮੇਰੇ ਬਣਾਏ ਹੋਏ ਬੰਦੇ ਕਿੰਨਾ ਕੁ ਤਸੀਹੇ ਸਹਿ ਸਕਦੇ ਹੈ। ਅਤੇ ਮੇਰਾ ਖਿਆਲ ਆ ਆਪਾਂ ਨੂੰ ਪ੍ਰੂਵ ਕਰਨ ਦਾ ਟਾਈਮ ਹੈ ਆਪਣੇ ਪਿਤਾ ਨੂੰ ਵੀ ਆਪਾਂ ਇਸ ਟਾਈਮ ਦੇ ਵਿੱਚ ਨਿਤਰੀਏ, ਜੇਤੂ ਹੋ ਕੇ ਨਿਕਲੀਏ ਤਾਂ ਕਿ ਉਹ ਨਿਰੰਕਾਰ ਪਿਤਾ ਆਪਣੇ 'ਤੇ ਖੁਸ਼ ਹੋਵੇ। ਵੈਸੇ ਆਪਾਂ ਆਪ ਹੀ ਆਪਣੀ ਧਰਤੀ ਦਾ ਸੱਤਿਆਨਾਸ਼ ਸੰਭਾਲ ਲਿਆ। ਉਹ ਕਹਿੰਦੇ ਜਿਹੜਾ ਕਮਾਊ ਚੰਗਾ ਪੁੱਤਰ ਹੁੰਦਾ ਨਾ, ਚੰਗੇ ਬੱਚੇ ਹੁੰਦੇ ਆ, ਉਹ ਘਰ ਨੂੰ ਪ੍ਰਫੁੱਲਤ ਕਰਦੇ ਆ, ਹੋਰ ਵਧਾਉਂਦੇ ਆ। ਆਪਾਂ ਆਪਣੀ ਧਰਤੀ ਦਾ ਕਾਫੀ ਨੁਕਸਾਨ ਕੀਤਾ ਕਿਉਂਕਿ ਆਪਾਂ ਲਾਲਚ ਪਿੱਛੇ, ਪੈਸੇ ਪਿੱਛੇ, ਜਾਇਦਾਦਾਂ ਪਿੱਛੇ, ਆ ਵੀ ਮੇਰਾ ਆਪੋ ਪਿਆਰ, ਮੁਹੱਬਤ, ਸਤਿਕਾਰ, ਇੱਕ ਦੂਜੇ ਦਾ ਦਰਦ ਭੁੱਲ ਗਏ, ਜਿਸ ਕਰਕੇ ਰੱਬ ਨੇ ਇੰਨੀ ਕਾਇਨਾਤ ਪੈਦਾ ਕੀਤੀ ਸੀ। ਸੋ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ ਹਰ ਇਨਸਾਨ ਵਾਸਤੇ ਦੂਜੇ ਦਾ ਦਰਦ ਸਮਝਣਾ, ਦੂਜੇ ਨਾਲ ਪਿਆਰ ਕਰਨਾ, ਦੂਜੇ ਨੂੰ ਹਿੱਕ ਨਾਲ ਲਾਉਣਾ। ਦੂਜੇ 'ਚ ਜੁੱਤੀ 'ਚ ਪੈਰ ਪਾ ਕੇ ਪਤਾ ਲੱਗਦਾ ਕਿ ਦਰਦ ਕੀ ਹੈ। ਸੋ ਜੇ ਤੁਸੀਂ ਇੰਨਾ ਪਿਆਰ ਮੁਹੱਬਤ ਸਾਰੀ ਵਾਪਸ ਲੈ ਆਓਗੇ ਅਤੇ ਪੈਸੇ ਅਤੇ ਜਾਇਦਾਦਾਂ ਨੂੰ ਇਹ ਤਾਂ ਬਣਦੀਆਂ ਰਹਿੰਦੀਆਂ, ਉਜੜਦੀਆਂ ਰਹਿੰਦੀਆਂ ਨੇ, ਲੇਕਿਨ ਇਨਸਾਨ ਇੱਕ ਵਾਰੀ ਗਿਆ ਵਾਪਸ ਨਹੀਂ ਆਉਂਦਾ। ਅਤੇ ਪਿਆਰ ਤਾਂ ਇੱਕ ਐਸੀ ਚੀਜ਼ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੇ ਪੀਰ ਪੈਗੰਬਰਾਂ ਨੇ ਲਿਖਿਆ ਕਿ ਸਾਚ ਕਹੂੰ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਰ ਬੰਦੇ ਵਿੱਚ ਰੱਬ ਵੱਸਦਾ। ਜੇ ਧਿਆਨ ਲਾ ਕੇ ਤੁਸੀਂ ਉਸ ਪਰਮਾਤਮਾ ਨਾਲ ਲਿਵ ਲਾਓਗੇ ਨਾ ਤਾਂ ਤੁਹਾਨੂੰ ਹਰ ਬੰਦੇ ਦੇ ਵਿੱਚ, ਹਰ ਕਾਇਨਾਤ ਦੇ ਵਿੱਚ ਰੱਬ ਦਿਸੂਗਾ। ਸੋ ਇਹ ਵੀ ਮੇਰੀ ਇੱਕ ਬੇਨਤੀ ਹੈ, ਜਿਹੜਾ ਥੋੜ੍ਹਾ ਜਿਹਾ ਆਪਾਂ ਸਾਰਾ ਜ਼ਮਾਨਾ ਵਾਪਸ ਲਿਆਈਏ ਪਿਆਰ ਮੁਹੱਬਤ ਵਾਲਾ, ਤਾਂ ਕਿ ਆਪਾਂ ਇੱਕ ਦੂਜੇ ਦਾ ਦੁੱਖ ਦਰਦ ਵੰਡਾ ਸਕੀਏ, ਸਹਿ ਸਕੀਏ। ਸਾਰੇ ਆਪਾਂ ਇੱਕੋ ਪਰਿਵਾਰ ਆ ਉਸ ਗੁਰੂ ਮਹਾਰਾਜ ਦੇ। ਸਰ ਹਰਿਆਣਾ ਦੇ ਪਹਿਲਵਾਨ ਭਾਈਆਂ ਨੇ ਰਾਮ ਰਾਮ ਬੁਲਾਈ। ਬਹੁਤ ਬਹੁਤ ਰਾਮ ਰਾਮ ਸਾਰੇ ਮੇਰੇ ਭਲਵਾਨ ਵੀਰ। ਔਰ ਮੇਰਾ ਸਿਰ ਝੁਕਦਾ ਹਰਿਆਣਾ ਦੇ ਸਾਰੇ ਲੋਕਾਂ ਦੇ ਚਰਨਾਂ 'ਚ
ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਭਾਈਚਾਰਾ ਇਕੱਠਾ ਪੰਜਾਬ ਤੇ ਹਰਿਆਣਾ ਇਕੱਠਾ ਹੋ ਕੇ ਤੁਰਿਆ ਹੈ, ਮੇਰੇ ਕੋਲ ਅਲਫਾਜ਼ ਨਹੀਂ ਹੈ। ਭਲਵਾਨ ਜੀ ਸਾਰੇ ਮੇਰੀ ਗੱਲ ਸੁਣਿਓ ਧਿਆਨ ਨਾਲ, ਮੇਰੇ ਕੋਲ ਅਲਫਾਜ਼ ਹੀ ਹੈ ਨਹੀਂ ਕਿ ਮੈਂ ਕੀ ਆਖਾਂ। ਤੁਸੀਂ ਉਸ ਦੀਵਾਰ ਨੂੰ, ਜਿਹੜੀ ਲੋਕਾਂ ਦੀ ਤਾਂ ਨਹੀਂ ਸੀ ਪੈਦਾ ਕੀਤੀ ਹੋਈ ਪਰ ਸਾਡੇ ਰਾਜਨੀਤਿਕ ਲੋਕਾਂ ਦੀ ਪੈਦਾ ਕੀਤੀ ਸੀ, ਉਹਨੂੰ ਤੋੜਿਆ ਤੇ ਇਕੱਠੇ ਹੋ ਕੇ ਇੱਕ ਹਿੰਦੁਸਤਾਨ ਨੂੰ ਇੱਕ ਮੁੱਠ ਕੀਤਾ। ਇਹਦੀ ਵੀ ਤੁਹਾਨੂੰ ਬਹੁਤ ਬਹੁਤ ਵਧਾਈ। ਮਹਾਰਾਜ ਤੁਸੀਂ ਚੜ੍ਹਦੀਆਂ ਕਲਾਂ 'ਚ ਰਹੋ। ਤੇ ਭਲਵਾਨ ਆਦਮੀ ਤਾਂ ਬਿਲਕੁਲ ਫਕੀਰ ਵਰਗਾ ਹੁੰਦਾ। ਮੈਂ ਹਮੇਸ਼ਾ ਹੀ ਕਹਿੰਦਾ ਕਿ ਇੱਕ ਫਕੀਰ ਤੇ ਇੱਕ ਸਪੋਰਟਸਮੈਨ ਜਿਹੜਾ ਉਹ ਰੱਬ ਦਾ ਪਿਆਰਾ ਹੁੰਦਾ, ਕਿਉਂਕਿ ਦੋਨਾਂ ਵਿੱਚ ਇੰਨੀ ਕੁ ਮਿਹਨਤ ਹੈ ਕਿ ਉਹ ਸਾਰੀ ਜ਼ਿੰਦਗੀ ਮਿਹਨਤ ਕਰਦਾ ਹੈ, ਫਿਰ ਵੀ ਕਦੇ ਇਹ ਨਹੀਂ ਕਹਿੰਦਾ ਕਿ ਮੈਂ ਕੀਤਾ। ਉਹ ਕਹਿੰਦਾ ਜੋ ਕੁਛ ਕੀਤਾ ਖੁਦਾ ਨੇ ਕੀਤਾ। ਰਾਮ ਰਾਮ ਜੀ, ਬਹੁਤ ਬਹੁਤ ਬਦਲਾ ਡਿਪਟੀ ਦਾ ਡਾਇਲੌਗ ਵੀ ਸੁਣਾਉਂਦੇ ਐਕਚੁਅਲੀ ਮਾੜੀ ਜੀ ਬੈਕਗਰਾਊਂਡ ਤੁਹਾਨੂੰ ਦਿੰਦਾ। ਜਦ ਫਿਲਮਾਂ ਸ਼ੁਰੂ ਕੀਤੀਆਂ ਸੀ, ਰੱਬ ਨੇ ਇੱਕ ਅੱਛੀ ਕਲਮ ਦਿੱਤੀ ਹੈ ਮੇਰੇ ਹੱਥ 'ਚ। ਮਹਾਰਾਜ ਨੇ ਬੜਾ ਕੁਝ ਦਿੱਤਾ, ਤੁਹਾਡੀ ਅਪਾਰ ਕਿਰਪਾ ਦੇ ਨਾਲ ਤੁਸੀਂ ਮੇਰੀ ਦੁਆਵਾਂ ਕਰਦੇ ਹੋ। ਅਤੇ ਉਹ ਕਾਫੀ ਫਿਲਮਾਂ ਦੇ ਡਾਇਲੋਗਸ ਮੈਂ ਆਪ ਲਿਖੇ ਹੈ। ਜੇ ਕਿਸੇ ਦੇ ਲਿਖੇ ਹੁੰਦੇ ਆ ਤਾਂ ਉਹਨੂੰ ਸੁਧਾਰਿਆ ਵੀ ਕਾਫੀ ਹੈ ਆਪ, ਲੇਕਿਨ ਕਦੇ ਨਹੀਂ ਕਿਹਾ ਵੀ ਮੈਂ ਲਿਖਿਆ। ਅਤੇ ਰਾਈਟਰ ਦਾ ਨਾਮ ਹੋਵੇ, ਪਿਕਚਰ ਬਣਾਉਣ ਦਾ ਨਾਮ ਹੋਵੇ। ਅਤੇ ਬਦਲਾ ਜੱਟੀ ਦਾ ਇੱਕ ਡਾਇਲੋਗ ਸੀਗਾ ਜਿਹੜਾ ਫਿਰ ਜਾ ਕੇ ਅਖੀਰ 'ਚ ਥੋੜ੍ਹਾ ਕੱਟਣਾ ਪੈ ਗਿਆ ਕਿ ਉਹ ਮੈਂ ਹੁਣ ਉਸ ਟੋਨ 'ਚ ਤਾਂ ਨਹੀਂ ਬੋਲ ਸਕਦਾ, ਕਿਉਂਕਿ ਉਹ ਬਹੁਤ ਦੇਰ ਹੋ ਗਈ। ਉਹ ਜਦ ਉਦੋਂ ਟੋਨ ਬਣਾਈ ਸੀ, ਉਹ ਇੱਕ ਐਕਸੈਂਟ ਬਣਾਇਆ ਸੀ, ਇੱਕ ਸਟਾਈਲ ਬਣਾਇਆ ਸੀ। ਅਤੇ ਉਹ ਮੁਸਤਫਾ ਕੁਰੈਸ਼ੀ ਸਾਹਿਬ ਮੇਰੇ ਉਸਤਾਦ ਜੀ ਨੇ, ਉਹਨਾਂ ਦੇ ਚਰਨਾਂ 'ਚ ਮੇਰਾ ਹਮੇਸ਼ਾ ਪ੍ਰਣਾਮ ਲੈਂਦਾ। ਉਹਨਾਂ ਨੂੰ ਦੇਖ ਕੇ ਮੈਂ ਮੋਟੀਵੇਟ ਹੋਇਆ ਸੀ ਕਿ ਜੇ ਜ਼ਿੰਦਗੀ ਦੇ ਵਿੱਚ ਮੈਂ ਇਹਨਾਂ ਦੇ ਨੇੜੇ ਤੇੜੇ ਪਹੁੰਚ ਜਾ ਤਾਂ ਸ਼ਾਇਦ ਕਾਫੀ ਗੱਲ ਬਣ ਜੂਗੀ। ਤਾਂ ਉਹ ਹੁਣ ਪਤਾ ਨਹੀਂ ਮੈਂ ਬੋਲ ਪਾਵਾਂਗਾ ਨਹੀਂ, ਪਰ ਮੈਂ ਟਰਾਈ ਕਰਦਾ ਕਿ ਇੱਥੋਂ 40 ਕਿਲੋਮੀਟਰ ਦੂਰ ਸੁੱਕੇ ਰੁੱਖਾਂ 'ਤੇ ਬੈਠੀਆਂ ਗਿੱਧਾਂ ਨੂੰ ਦੇਖ ਸਕੇ ਕਦੀ, ਜਿੱਥੇ ਕਿਤੇ ਤੇਰੀ ਮਾਂ ਦਾ ਹੱਸਦਾ ਵਸਦਾ ਘਰ ਹੁੰਦਾ ਸੀ। ਅੱਜ ਜੋ ਇੱਥੇ ਸੜੀ ਹੋਈ ਜ਼ਮੀਨ ਦਾ ਇੱਕ ਕਾਲਾ ਕਾਲਾ ਜਿਹਾ ਟੋਟਾ ਜੱਗਿਆ, ਜਿਹਦੀ ਮਿੱਟੀ ਨੂੰ ਵੇਖ ਕੇ ਸਾਹਿਬਾਂ ਆਪਣੇ ਪੰਨੂ ਤੇ ਹੀ ਨਾ ਆਪਣੇ ਰਾਂਝੇ ਛੱਡ ਕੇ ਮਰ ਗਈਆਂ, ਫਨਾ ਹੋ ਗਈਆਂ, ਦਫਨ ਹੋ ਗਈਆਂ। ਅੱਜ ਦਾ ਮਿਰਜ਼ਾ ਪਹਿਲਾਂ ਆਪਣੀ ਮਾਂ ਕੋਲੋਂ ਇਹ ਤਾਂ ਪੁੱਛੇ ਕਿ ਜੰਗ ਸਿੰਘ ਦੇ ਸਾਹਮਣੇ ਖੜਨ ਲਈ ਕਿਹੜਾ ਕਿਹੜਾ ਰਿਸ਼ਤਾ ਲੈ ਕੇ ਆਈਏ। ਇਸ ਤੋਂ ਅੱਗੇ ਉਹ ਲਾਈਨਾਂ ਸੀਗੀਆਂ ਦੋ, ਫਿਰ ਉਹ ਅਸੀਂ ਕੱਟਤੀਆਂ ਕਿਉਂਕਿ ਮੈਨੂੰ ਆਪ ਲੱਗਿਆ ਵੀ ਸ਼ਾਇਦ ਇਹ ਮੈਨੂੰ ਨਹੀਂ ਚੰਗਾ ਲੱਗ ਰਿਹਾ ਸੀ। ਹਾਲਾਂਕਿ ਉਹ ਲਾਈਨਾਂ ਇਸ ਤਰ੍ਹਾਂ ਸੀ ਕਿ ਬੁੱਢੜੀਏ ਤੈਨੂੰ ਇੱਥੋਂ ਜਿਉਂਦਾ ਜਾਣ ਦੀ ਇਸ ਕਰਕੇ ਉਮੀਦ ਹੈ ਕਿਉਂਕਿ ਤੂੰ ਉਸ ਰੱਬ ਨੂੰ ਮੰਨਦੀ ਹੈ ਜਿਹੜਾ ਚਿੜੀਆਂ ਕੋਲੋਂ ਬਾਜ਼ ਮਰਵਾ ਦਿੰਦਾ, ਅਤੇ ਮੈਂ ਉਸ ਰੱਬ ਨੂੰ ਮੰਨਦਾ ਜਿਹੜਾ ਮੱਝ ਸਿਰਫ ਡਾਂਗ ਵਾਲੇ ਹੱਥ ਦਿੰਦਾ। ਐਕਚੁਅਲੀ ਇਹ ਡਾਇਲੌਗ ਇੱਥੇ ਕੰਪਲੀਟ ਸੀ, ਪਰ ਬੇਸਿਕਲੀ ਅਖੀਰ 'ਚ ਬੋਲਣ ਲਈ ਇੰਪੈਕਟ ਮੈਨੂੰ ਨਹੀਂ ਚੰਗਾ ਲੱਗ ਰਿਹਾ। ਸੋ ਮੈਂ ਫਿਰ ਡਾਇਰੈਕਟਰ ਨੂੰ ਕਿਹਾ, ਮੈਂ ਕਿਹਾ ਲਾਸਟ ਦੀਆਂ 2 ਲਾਈਨਾਂ ਜਿਹੜੀਆਂ ਹੈਗੀਆਂ ਨੇ ਇਹ ਨਹੀਂ ਬੋਲਣੀਆਂ, ਇਹਨੂੰ ਕੰਪੈਕਸ਼ਨ ਇੱਥੇ ਕੰਪਲੀਟ ਕਰ ਦਿੰਦੇ ਹਾਂ। ਉਹ ਇੱਕ ਐਸੀ ਫਿਲਮ ਸੀ ਗੁਰੂ ਮਹਾਰਾਜ ਨੇ ਮੇਰੀ ਝੋਲੀ 'ਚ ਪਾਈ। ਹਾਲਾਂਕਿ ਕੋਈ ਵੀ ਹੈ ਉਹ ਰੋਲ ਕਰਦਾ ਉਹ ਸੁਪਰਸਟਾਰ ਹੁੰਦਾ, ਕਿਉਂਕਿ ਉਹ ਕਰੈਕਟਰ ਹੀ ਬੜਾ ਕਮਾਲ ਦਾ ਸੀ ਜੰਗ ਸਿੰਘ ਦਾ, ਅਤੇ ਉਹ ਰੋਲ ਮੇਰੀ ਝੋਲੀ ਪਿਆ। ਤਾਂ ਉਸ ਤੋਂ ਬਾਅਦ ਮੇਰੀ ਜਿਹੜੀ ਤਕਦੀਰ ਹੈ ਸਾਰੀ ਫਿਲਮ ਲਾਈਨ ਦੇ ਵਿੱਚ ਬਦਲ ਗਈ। ਓਵਰਨਾਈਟ ਸਕਸੈਸ ਮਿਲੀ ਤੁਹਾਡੇ ਪ੍ਰੇਮ ਨਾਲ, ਤੁਹਾਡੇ ਪਿਆਰ ਦੇ ਸਦਕੇ, ਤੁਹਾਡੇ ਆਸ਼ੀਰਵਾਦ ਦੇ ਸਦਕੇ, ਤੁਹਾਡੇ ਚਰਨਾਂ ਦੇ ਸਦਕੇ ਮੈਨੂੰ ਉਹ ਰਾਤੋਂ ਰਾਤ ਇੱਕ ਸਟਾਰਡਮ ਮਿਲਿਆ, ਜਿੱਥੇ ਮੇਰੇ ਮਾਤਾ ਜੀ ਮੈਨੂੰ ਕਈ ਵਾਰੀ ਕਹਿੰਦੇ ਹੁੰਦੇ ਸੀ, ਕਹਿੰਦੇ ਕੀ ਗੱਲ ਹੈ ਇੰਨੀ ਦੁਨੀਆ ਆ ਕੇ ਖੜ੍ਹ ਜਾਂਦੀ ਹੈ, ਤੇਰੇ ਪਿੱਛੇ ਗੱਡੀਆਂ ਚੱਲਦੀਆਂ, ਤੂੰ ਕੋਈ ਮੰਤਰੀ ਬਣ ਗਿਆ? ਮੈਂ ਕਿਹਾ ਨਹੀਂ ਮੰਤਰੀ ਨਹੀਂ ਬਣਿਆ, ਪਰ ਤੁਹਾਡੀ ਦੁਆਵਾਂ ਦੇ ਨਾਲ, ਸਾਰੇ ਦੁਆਵਾਂ ਨਾਲ ਮੈਂ ਕਿਹਾ ਜੀ ਇੱਕ ਫਿਲਮ ਆਈ ਹੈ। ਫਿਰ ਉਹ ਮੇਰੇ ਮਦਰ ਦੇਖਣ ਵੀ ਗਏ ਮੇਰੇ ਨਾਲ, ਅਤੇ ਉਦੋਂ ਬਹੁਤ ਦੁਨੀਆ ਉੱਥੇ ਸੀ ਅਤੇ ਬੜੇ ਖੁਸ਼ ਹੋਏ। ਅਤੇ ਉਹ ਮੈਨੂੰ ਕਹਿੰਦੇ ਵੀ ਸੀਗੇ ਤੇਰੇ ਫਾਦਰ ਜਿਉਂਦੇ ਹੁੰਦੇ ਤਾਂ ਬੜੇ ਖੁਸ਼ ਹੁੰਦੇ। ਪਰ ਚਲੋ ਮਾਤਾ ਜੀ ਮੇਰੇ ਦੇਖ ਗਏ ਜੀ, ਅਤੇ ਉਹ ਜਿੱਥੇ ਵੀ ਨੇ ਪਿਤਾ ਜੀ ਮਾਤਾ ਜੀ ਉਹ ਇਹ ਵੀ ਦੇਖਦੇ ਹੋਣੇ ਕਿ ਉਹਨਾਂ ਦਾ ਪੋਤਾ ਵੀ ਬੜਾ ਸਕਸੈਸਫੁਲ ਹੋਇਆ ਤੁਹਾਡੇ ਚਰਨਾਂ ਕਰਕੇ, ਤੁਹਾਡੀਆਂ ਦੁਆਵਾਂ ਕਰਕੇ, ਤੁਹਾਡੇ ਪਿਆਰ ਦੇ ਸਦਕੇ। ਸੋ ਜੋ ਕੁਛ ਮੈਂ ਅੱਜ ਹੈਗਾ ਤੁਹਾਡੇ ਕਰਕੇ ਹੀ ਹੈ, ਔਰ ਇਹ ਸਭ ਤੁਹਾਡੀ ਕਿਰਪਾ ਹੈ, ਸਭ ਤੁਹਾਡੀ ਦੁਆ ਹੈ। ਉਹ ਕਹਿੰਦੇ ਨੇ ਬੰਦਾ ਤਾਂ ਕਿਸੇ ਦਾ ਪਾਣੀ ਪਿਆਸ ਲੱਗੀ ਹੋਵੇ ਨਾ ਅਤੇ ਕਿਸੇ ਨੇ ਪਾਣੀ ਪਿਆ ਹੋਵੇ ਉਹ ਨਹੀਂ ਭੁੱਲਦਾ, ਅਤੇ ਤੁਸੀਂ ਤਾਂ ਮੈਨੂੰ ਇੰਨਾ ਪਿਆਰ ਕੀਤਾ, ਮੈਂ ਤਾਂ ਜ਼ਿੰਦਗੀ 'ਚ ਤੁਹਾਡੇ ਚਰਨਾਂ ਦੀ ਧੂੜ ਵੀ ਨਹੀਂ। ਰੱਬ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ। ਕਈ ਵਾਰੀ ਤੁਹਾਡੀ ਗੱਲ ਕਰਦੇ ਕਰਦੇ ਅੱਖਾਂ ਜੰਝੂ ਇਸ ਕਰਕੇ ਆ ਜਾਂਦੇ ਆ ਕਿ ਪਿਆਰ ਤੁਸੀਂ ਇੰਨਾ ਦੇ ਰਹੇ ਹੋ, ਇੰਨਾ ਦਿੱਤਾ ਹੈ ਸਾਰੀ ਦੁਨੀਆ ਨੇ, ਜਿਹੜਾ ਸੰਭਾਲਣਾ ਮੇਰੇ ਵਾਸਤੇ ਕਈ ਵਾਰੀ ਔਖਾ ਹੋ ਜਾਂਦਾ। ਅਤੇ ਤੁਹਾਡੇ ਚਰਨਾਂ 'ਚ ਹਮੇਸ਼ਾ ਹੀ ਮੇਰਾ ਸਿਰ ਜਿਹੜਾ ਝੁਕਿਆ ਰਹੇਗਾ ਜੀ।
25 किलो पार्ट 2 कब लॉन्च हो रही है, फैंस पूछ रहे हैं। 25 ਕਿੱਲੇ ਫਿਲਮ ਐਕਚੁਅਲੀ ਕੀ ਹੈ ਕਿ ਉਹ ਫਿਲਮ ਦਾ ਸਿਨੈਰੀਓ ਬੜਾ ਗਲਤ ਹੋ ਗਿਆ। ਉਹ ਫਿਲਮ ਗੁੱਗੂ ਜੀ ਤੇ ਮੇਰੇ ਤੇ ਹੋਣੀ ਚਾਹੀਦੀ ਸੀ, ਪਰ ਅਨਫੋਰਚੂਨੇਟਲੀ ਮੈਂ ਕਾਫੀ ਪੈਰ ਵੀ ਵਿੱਚ ਫਸਾਏ ਵੀ ਨਹੀਂ, ਇਸ ਤਰ੍ਹਾਂ ਨਹੀਂ। ਸਪੈਸ਼ਲੀ ਜਿਹੜੀ ਅਖੀਰ ਦੀ ਲੜਾਈ ਹੈ ਉਹ ਮੇਰੀ ਤੇ ਗੁੱਗੂ ਜੀ ਤੇ ਹੀ ਪਿਕਚਰਾਈਜ਼ ਹੋਣੀ ਸੀ। ਫਿਰ ਉਹਨਾਂ ਦੇ ਜਿਹੜੇ ਹੀਰੋ ਸੀਗੇ ਉਹ ਆਪ ਪ੍ਰੋਡਿਊਸਰ ਸੀਗੇ, ਉਹਨਾਂ ਨੇ ਫਿਰ ਕਿਹਾ ਨਹੀਂ ਮੈਂ ਇਹ ਕੰਮ ਕਰਨਾ ਹੈ। ਮੈਂ ਹਾਲਾਂਕਿ ਉਹਨੂੰ ਬਥੇਰਾ ਸਮਝਾਇਆ ਵੀ ਫਿਲਮ ਅਸੀਂ ਰੋਕੀ ਵੀ, ਜੇ ਕਿਤੇ ਮੇਰੇ ਕਹਿਣ 'ਤੇ ਚੱਲ ਪੈਂਦੇ ਤੇ ਉਹ ਗੁੱਗੂ ਜੀ ਨਾਲ ਜਿਹੜਾ ਅਖੀਰ ਵਾਲਾ ਸੀ ਸੀਕੁਐਂਸ ਉਹ ਕਿਤੇ ਪੂਰਾ ਹੁੰਦਾ ਤਾਂ ਮੈਂ ਸਮਝਦਾ ਉਹ ਫਿਲਮ ਜਿਹੜੀ ਹੈਗੀ ਹੈ ਬਹੁਤ ਬਹੁਤ ਬਾ ਕਮਾਲ ਹੁੰਦੀ, ਕਿਉਂਕਿ ਉਹਦੇ ਵਾਸਤੇ ਮੈਂ ਆਪਣੇ ਗੈਟਅਪ ਲਈ ਬੜੀ ਮਿਹਨਤ ਕੀਤੀ ਸੀ ਔਰ ਗੁੱਗੂ ਜੀ ਨੇ ਵੀ ਬਾ ਕਮਾਲ ਕੰਮ ਕੀਤਾ। ਪਰ ਉਹ ਐਕਚੁਅਲੀ ਦੋਨੋਂ ਬੰਦਿਆਂ ਦਾ ਉਹ ਫਿਲਮ ਬਣਦੀ ਸੀ, ਕਲਾਈਮੈਕਸ ਜਿਹੜਾ ਸੀ ਉਹ ਇਕੱਠੇ ਬਣਦਾ ਸੀ। ਫਿਰ ਉਹ ਫਿਲਮ ਹੁਣ ਐਕਚੁਅਲੀ ਕਿ ਵਾਰ-ਵਾਰ ਚੀਜ਼ ਬਣਦੀ ਨਹੀਂ। ਹਾਲਾਂਕਿ ਅਸੀਂ ਕੋਸ਼ਿਸ਼ ਬਹੁਤ ਕੀਤੀ, ਉਸ ਤੋਂ ਬਾਅਦ ਲੋਕਨ ਮੀਚੀ, ਉਹਦੇ 'ਚ ਵੀ ਉਹੀ ਗੱਲ ਹੋਈ, ਪ੍ਰੋਡਿਊਸਰ ਡਾਇਰੈਕਟਰਸ ਦੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ। ਅਤੇ ਮੈਂ ਉਹਨੂੰ ਕਹਿੰਦਾ ਵੀ ਗੁੱਗੂ ਅਤੇ ਯੋਗਰਾਜ ਨੂੰ ਲੈਣਾ ਹੈ ਤਾਂ ਫਿਰ ਉਹ ਸਾਰੀ ਫਿਲਮ ਉਹਨਾਂ 'ਤੇ ਬੇਸ ਹੋਣੀ ਚਾਹੀਦੀ ਹੈ। ਹੁਣ ਤੁਸੀਂ ਦੁੱਲਾ ਵੇਲੀ ਫਿਲਮ ਦੇਖੋ, ਉਹਦੇ ਵਿੱਚ ਗੁੱਗੂ ਜੀ ਨੇ ਬਾ ਕਮਾਲ ਕੰਮ ਕੀਤਾ। ਉਹਦੇ 'ਚ ਜਿਹੜਾ ਬੁੱਗਰ ਸਿੰਘ ਦਾ ਰੋਲ ਹੈ ਯੋਗਰਾਜ ਸਿੰਘ ਨੇ ਉਹ ਵੀ ਕਾਫੀ ਹੱਦ ਤੱਕ ਠੀਕ ਕੀਤਾ ਔਰ ਲੇਕਿਨ ਉਹ 'ਚ ਬਾਕੀ ਕਰੈਕਟਰ ਐਵੇਂ ਪਾਏ ਹੋਏ ਨੇ ਜਿਨ੍ਹਾਂ ਦੀ ਲੋੜ ਨਹੀਂ ਸੀਗੀ। ਸੋ ਆਈ ਥਿੰਕ ਉਹ ਪਿਕਚਰ ਵੀ ਹੌਚ ਪੌਚ ਹੋ ਗਈ ਸਾਰੀ। ਹਾਲਾਂਕਿ ਉਹਦੇ ਵਿੱਚ ਬੁੱਗਰ ਸਿੰਘ ਦਾ ਜਿਹੜਾ ਕਰੈਕਟਰ ਹੈ ਉਹਨੂੰ ਉਸ ਸੀਕੁਐਂਸ ਨੂੰ, ਉਸ ਰੋਲ ਨੂੰ ਦੇਖ ਕੇ ਮੈਨੂੰ ਸਾਊਥ ਦੀਆਂ ਫਿਲਮਾਂ ਮਿਲੀਆਂ। ਬੜੀਆਂ ਫਿਲਮਾਂ ਦੇ ਵਿੱਚ ਮੈਂ ਉਹ ਕਰੈਕਟਰ ਰੀਪਲੇ ਤਾਂ ਨਹੀਂ ਕੀਤਾ, ਪਰ ਉਹ ਕਰੈਕਟਰ ਦੀ ਸ਼ੇਡਸ ਬੜੀਆਂ ਦਈਆਂ। ਇੱਕ ਦੋ ਜੱਗਾ ਜਿਉਂਦਾ ਦੇ ਵਿੱਚ ਵੀ ਉਹਦੀ ਸ਼ੇਡ ਹੈਗੀ ਇੱਕ। ਸੋ ਆਈ ਥਿੰਕ 25 ਕਿੱਲੇ ਦਾ ਇੱਕ ਦੁਬਾਰਾ ਕਦੇ ਟਾਈਮ ਲੱਗੇ ਤਾਂ ਜ਼ਰੂਰ ਬਣੇਗਾ ਸਿਲਸਿਲਾ। ਪਰ ਜੇ ਐਤਕੀ ਗੁੱਗੂ ਜੀ ਨਾਲ ਫਿਲਮ ਬਣੇਗੀ ਤਾਂ ਮੈਂ ਉਹ ਆਪਣੇ ਨਜ਼ਰੀਏ ਦੇ ਹੇਠ ਬਣਾਊਂਗਾ। ਇਹ ਪਹਿਲੀ ਗੱਲ ਮੈਂ ਜ਼ਰੂਰ ਪ੍ਰੋਡਿਊਸਰ ਨੂੰ ਕਹਿ ਦੇਣਾ ਚਾਹੁੰਦਾ, ਕਿਉਂਕਿ ਜੇ ਮੇਰੀ ਇੱਕ ਵਾਰੀ ਮੰਨ ਕੇ ਦੇਖ ਲਓ ਅਤੇ ਮੈਂ ਕਹਿ ਦਿੰਦਾ ਵੀ ਦਾਅਵਾ ਕਰਦਾ ਵੀ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੀ ਦੁਆਵਾਂ ਦੇ ਨਾਲ ਉਹ ਇੱਕ ਬਹੁਤ ਬਾਕਮਾਲ ਫਿਲਮ ਹੋਊਗੀ, ਜਿਵੇਂ ਸੌਦਾਗਰ ਬਣੀ ਸੀ ਰਾਜਕੁਮਾਰ ਅਤੇ ਦਿਲੀਪ ਕੁਮਾਰ ਸਾਹਿਬ ਦੀ, ਇਸ ਤਰ੍ਹਾਂ ਦਾ ਕੋਈ ਸਬਜੈਕਟ। ਹਾਲਾਂਕਿ ਮੈਂ ਸੌਦਾਗਰ ਬਾਰੇ ਬਹੁਤ ਵਾਰੀ ਪ੍ਰੋਡਿਊਸਰ ਨੂੰ ਕਿਹਾ ਤੁਸੀਂ ਇਹਨੂੰ ਪੰਜਾਬੀ 'ਚ ਬਣਾਓ, ਮਾਡਰਨਾਈਜ਼ ਥੋੜ੍ਹਾ ਜਿਹਾ ਕਰਕੇ ਇਹਨੂੰ ਪੰਜਾਬੀ 'ਚ ਬਣਾਓ, ਅੱਜ ਦੀ ਜਿਹੜੀ ਕਹਾਣੀ ਹੈ ਸਾਡੇ ਨੌਜਵਾਨਾਂ ਦੀ। ਸੋ ਦੇਖੋ, ਤੁਸੀਂ ਦੁਆ ਕਰਨਾ, ਇਹ ਵੀ ਇੱਕ ਦਿਨ ਬਣੇਗੀ। ਹਾਂਜੀ। ਇੰਦਰ ਚੱਠਾ ਜੀ ਕਹਿੰਦੇ ਨੇ ਵੀ ਬਾਈ ਜੀ ਇੱਕ ਕਬੱਡੀ ਦੀ ਅਕੈਡਮੀ ਤੇ ਹੋਰ ਸਪੋਰਟਸ ਅਕੈਡਮੀ ਖੋਲ੍ਹੋ ਸੋ ਦੈਟ ਮੁੰਡੇ ਨਸ਼ਿਆਂ ਤੋਂ ਦੂਰ ਹੋ ਜਾਣ। ਹਾਂਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਜੀ ਬੜੀ ਕੋਸ਼ਿਸ਼ ਕਰ ਰਿਹਾ। ਮੈਂ ਪੰਜਾਬ ਸਰਕਾਰ ਨੂੰ 2-3 ਵਾਰੀ ਕਹਿ ਚੁੱਕਿਆ। ਜਦ ਬਾਦਲ ਸਰਕਾਰ ਸੀ ਉਦੋਂ ਵੀ ਯੁਵਰਾਜ ਸਿੰਘ ਨੂੰ ਇਹਨਾਂ ਨੇ 20 ਕਿੱਲੇ ਜ਼ਮੀਨ ਦੇਣੀ ਸੀ, ਉਹ ਪਤਾ ਨਹੀਂ ਕਿੱਧਰ ਚਲੀ ਗਈ। ਅਤੇ ਅਸੀਂ ਉਦੋਂ ਸੋਚਿਆ ਸੀਗਾ ਯੂਵੀ ਅਤੇ ਮੈਂ ਕਿ ਅਸੀਂ ਇਹਦੇ 'ਚ ਸਪੋਰਟਸ ਬਣਾਵਾਂਗੇ। ਉਹ ਸਾਨੂੰ ਅਜੇ ਕੋਈ ਚੀਜ਼ ਮਿਲੀ ਨਹੀਂ ਤਾਂ ਗੌਰਮੈਂਟ ਨੇ, ਮੈਂ ਇਸ ਸਰਕਾਰ ਨੂੰ ਵੀ ਕਿਹਾ ਸੀ, ਰਾਣਾ ਸੋਢੀ ਜੀ ਨੂੰ ਵੀ ਕਿਹਾ ਸੀਗਾ ਵੀ ਜੀ ਜੇ ਤੁਸੀਂ ਮੈਨੂੰ 10-15-20 ਕਿੱਲੇ ਜ਼ਮੀਨ ਦੇ ਦਿਓ ਗੌਰਮੈਂਟ ਵੱਲੋਂ ਤਾਂ ਮੈਂ ਉੱਥੇ ਕਬੱਡੀ ਦੀ, ਹਾਕੀ ਦੀ, ਫਿਟਨੈਸ ਦੀ, ਜਿੰਨੀਆਂ ਗੇਮਸ ਨੇ ਸਾਡੀਆਂ, ਜਿਹੜੀਆਂ ਸਪੈਸ਼ਲੀ ਓਰੀਜਨਲ ਗੇਮਸ ਨੇ ਸਾਡੀਆਂ ਪੰਜਾਬ ਦੀਆਂ ਹੈ ਜੀ, ਜਿਵੇਂ ਆਪਾਂ ਕਿਲ੍ਹਾ ਰਾਏਪੁਰ ਦੇ ਵਿੱਚ ਗੇਮਸ ਹੁੰਦੀਆਂ ਉੱਦਾਂ ਦੀਆਂ। ਪਰ ਸ਼ਾਇਦ ਚਲੋ ਦੇਖੋ, ਆਉਣ ਵਾਲੀ ਸਰਕਾਰ ਨੂੰ ਮੈਂ ਜ਼ਰੂਰ ਇਲਤਜਾ ਕਰੂੰਗਾ ਕਿ ਤੁਸੀਂ ਮੈਨੂੰ ਇੱਕ 20-25 ਕਿੱਲੇ ਦਾ ਟੱਕ ਦਿਓ, ਜਿਹਦੇ ਵਿੱਚ ਮੈਂ ਇੱਕ ਬਹੁਤ ਵੱਡੀ ਅਸੀਂ ਸਪੋਰਟਸ ਅਕੈਡਮੀ ਬਣਾਉਣਾ ਚਾਹੁੰਦਾ, ਜਿਹਦੇ ਵਿੱਚ ਆਪਣੀਆਂ ਪੁਰਾਣੀਆਂ ਪੰਜਾਬ ਦੀਆਂ ਖੇਡਾਂ ਜਿਹੜੀਆਂ ਨੇ ਬਹੁਤ ਚੰਗੇ ਚੰਗੇ ਲੋਕ ਲੈ ਕੇ, ਪ੍ਰਗਟ ਸਿੰਘ ਹੋਣੀ ਹੈਗੇ ਆ, ਹੋਰ ਹਾਕੀ ਦੇ ਬੜੇ ਚੰਗੇ ਚੰਗੇ ਪਲੇਅਰਸ ਨੇ, ਰੈਸਲਿੰਗ ਦੇ ਪਲੇਅਰਸ ਨੇ, ਕਬੱਡੀ ਦੇ ਆਪਣੇ ਕਿੰਨੇ ਕਮਾਲ ਦੇ ਬਾਕਮਾਲ ਮੁੰਡੇ ਨੇ। ਤਾਂ ਚਲੋ ਆਉਣ ਵਾਲਾ ਸਮਾਂ ਜ਼ਰੂਰ ਮੈਂ ਕੋਸ਼ਿਸ਼ ਕਰ ਰਿਹਾ, ਸਰਕਾਰ ਥੋੜ੍ਹਾ ਸਾਥ ਦੇਵੇਗੀ ਤਾਂ ਜ਼ਰੂਰ ਇਹ ਕੰਮ ਹੋਏਗਾ। ਹਾਂਜੀ। ਸਰ ਨਵੇਂ ਪ੍ਰੋਜੈਕਟਾਂ ਬਾਰੇ ਜੰਗਨਾਮਾ ਬਾਰੇ ਦੱਸੋ। ਮੈਂ ਆਪਣਾ ਕੁਐਸਟ ਰੈਂਪਲੀ ਫਿਲਮਸ, ਜਿੱਥੇ ਮੈਂ ਆਫਿਸ 'ਚ ਅੱਜ ਬੈਠਾ, ਇੱਥੇ ਮੇਰੇ ਆਨਰੇਬਲ ਵਾਈਫ ਨੀਨਾ ਜੀ, ਆਨਰੇਬਲ ਅਮਿਤੋਜ ਗਰਗ ਜੀ, ਇਹਨਾਂ ਦੇ ਨਾਲ ਕਾਫੀ ਪ੍ਰੋਜੈਕਟਸ ਮੈਂ ਕਰ ਰਿਹਾ ਔਰ ਕਾਫੀ ਪ੍ਰੋਜੈਕਟ ਸਾਡੇ ਬੰਬੇ ਵੀ ਚੱਲ ਰਹੇ ਨੇ। ਹਾਲਾਂਕਿ ਇੱਕ ਗੋਡਫਾਦਰ ਲਾਈਕ ਸੀਰੀਜ਼ ਜਿਹੜੀਆਂ ਹੈਗੀਆਂ ਉਹ ਚੱਲ ਰਹੀ ਹੈ, ਉਹਦੀ ਸ਼ੂਟਿੰਗ ਅਸੀਂ ਦਿੱਲੀ ਕਰਕੇ ਆਏ ਹਾਂ। ਅਤੇ ਅਸੀਂ ਹੋਰ ਕਾਫੀ ਪ੍ਰੋਜੈਕਟਸ ਨੇ, ਕਿਉਂਕਿ ਹੁਣ ਵੈੱਬ ਸੀਰੀਜ਼ ਦਾ ਜ਼ਮਾਨਾ ਆ ਗਿਆ ਹੈ ਜੀ, ਜਿਵੇਂ ਆਪਾਂ ਘਰੇ ਨੈਟਫਲਿਕਸ ਵਗੈਰਾ ਸਾਰਾ ਦੇਖਦੇ ਹਾਂ। ਸੋ ਇਹ ਕਾਫੀ ਕੁਛ ਚੱਲ ਰਿਹਾ ਔਰ ਆ ਕਰੋਨਾ ਜੇ ਨਾ ਆਇਆ ਹੁੰਦਾ ਦੁਬਾਰਾ ਤਾਂ ਬਹੁਤ ਕੁਛ ਬਣ ਜਾਣਾ ਸੀ, ਬਹੁਤ ਕੁਛ ਕਰ ਜਾਣਾ ਸੀ, ਪਰ ਕੋਈ ਨਹੀਂ, ਗੁਰੂ ਮਹਾਰਾਜ ਨੇ ਜਦ ਵੀ ਟਾਈਮ ਦੇਣਾ।
ਸੋ ਕਾਫੀ ਕੰਮ ਕਰ ਰਹੇ ਹਾਂ ਜੀ। ਗਾਣਾ ਕੋਈ ਚੰਗਾ ਗਾਣਾ ਆਉਂਦਾ ਹੈ ਜਿਹੜਾ ਆਪਣੇ ਪੰਜਾਬ ਦੇ ਆਪਣੇ ਕਲਚਰ ਦੇ ਬਾਰੇ ਗੱਲ ਹੁੰਦੀ ਹੈ, ਉਹ ਮੈਂ ਕੋਸ਼ਿਸ਼ ਕਰਦਾ ਹਰ ਕੰਮ ਕਰਨ ਦੀ। ਔਰ ਜਦ ਤੱਕ ਜਿਉਣਾ, ਜਦ ਤੱਕ ਸਾਥ ਚੱਲਦਾ, ਜ਼ਰੂਰ ਪੰਜਾਬੀਆਂ ਦੀ ਸੇਵਾ ਕਰਦਾ ਰਹੂੰਗਾ, ਤੁਹਾਡੇ ਸਾਰਿਆਂ ਦੀ ਸੇਵਾ ਕਰਦਾ ਰਹੂੰਗਾ। ਜਿੱਥੇ ਤੁਹਾਨੂੰ ਲੱਗੇ ਮੈਂ ਗਲਤ ਕਰ ਰਿਹਾ, ਮੈਂ ਤੁਹਾਨੂੰ ਹੱਥ ਜੋੜ ਕੇ ਕਹਿਣਾ, ਤੁਸੀਂ ਮੇਰੇ ਸਰੋਤੇ ਵੀ ਹੋ, ਤੁਸੀਂ ਮੇਰੇ ਸਾਰਾ ਕੁਝ ਹੀ ਹੋ, ਤੁਹਾਡੇ ਨਾਲ ਹੀ ਮੈਂ ਸਭ ਕੁਝ ਹੈਗਾ। ਮੈਂ ਤਾਂ ਮਿੱਟੀ ਦਾ ਜ਼ਰਾ। ਜਿੱਥੇ ਤੁਹਾਨੂੰ ਐ ਲੱਗੇ ਮੈਂ ਕੋਈ ਗਲਤੀ ਕੀਤੀ ਹੈ ਜਾਂ ਕਿਤੇ ਤੁਹਾਨੂੰ ਐ ਲੱਗਿਆ ਕਰੇ ਵੀ ਮੈਂ ਚੰਗਾ ਨਹੀਂ ਕੀਤਾ, ਪਲੀਜ਼ ਮੈਨੂੰ ਜ਼ਰੂਰ ਕਿਹਾ ਕਰੋ। ਜ਼ਰੂਰ ਤੁਸੀਂ ਬੇਧੜਕ ਹੋ ਕੇ, ਤੁਹਾਡਾ ਹੱਕ ਹੈ, ਅਤੇ ਮੈਨੂੰ ਕਹਿ ਦਿਆ ਕਰੋ। ਕਿਉਂਕਿ ਕਈ ਵਾਰੀ ਸ਼ਾਇਦ ਆਪਣੇ ਵੱਲੋਂ ਬੰਦਾ ਕੁਛ ਕਰਨ ਜਾਂਦਾ, ਕੁਛ ਕਹਿਣ ਜਾਂਦਾ, ਉਹਨੂੰ ਉਸ ਗੱਲ ਨੂੰ ਅੰਡਰਸਟੈਂਡ ਨਹੀਂ ਹੁੰਦਾ। ਪਰ ਜੇ ਕੋਈ ਵੀ ਤੁਹਾਨੂੰ ਐਸੀ ਚੀਜ਼ ਲੱਗੇ ਤਾਂ ਜ਼ਰੂਰ ਮੈਨੂੰ ਤੁਸੀਂ ਕਹਿਣਾ, ਕਿਉਂਕਿ ਤੁਹਾਡੀ ਖੁਸ਼ੀ 'ਚ ਹੀ ਮੇਰੀ ਖੁਸ਼ੀ ਹੈ। ਹਾਂਜੀ। ਗੱਗੂ ਗਿੱਲ ਜੀ ਤੇ ਯੋਗਰਾਜ ਜੀ ਤਾਂ ਅਮਰ ਨੇ, ਪੰਜਾਬੀਆਂ ਦੇ ਦਿਲ 'ਚ ਹਮੇਸ਼ਾ ਰਹਿਣਗੇ। ਇਹ ਵੀ ਤੁਹਾਡਾ ਬਹੁਤ ਸਤਿਕਾਰ ਪਿਆਰ ਹੈ ਜੀ। ਗੁੱਗੂ ਜੀ ਇੱਕ ਬਹੁਤ ਹੀ ਨਫੀਸ ਇਨਸਾਨ ਨੇ, ਬਹੁਤ ਖਾਨਦਾਨੀ, ਬਹੁਤ ਹੀ ਪਿਆਰ ਭਰੇ ਮੇਰੇ ਤੋਂ ਛੋਟੇ ਭਰਾ ਨੇ, ਅਤੇ ਮੈਂ ਉਹਨਾਂ ਨੂੰ ਹਮੇਸ਼ਾ ਆਪਣਾ ਛੋਟਾ ਭਰਾ ਹੀ ਸਮਝਿਆ। ਔਰ ਬਾ ਕਮਾਲ, ਹਾਲਾਂਕਿ ਜਦੋਂ ਉਹ ਤਿਆਰ ਹੋ ਕੇ ਅਸੀਂ ਜਦ ਇਕੱਠੇ ਕੰਮ ਕਰਦੇ ਸੀ ਜਵਾਨੀ ਵੇਲੇ, ਤਾਂ ਮੈਂ ਕਈ ਵਾਰੀ ਉਹਨਾਂ ਦੇ ਕਾਲਾ ਟਿੱਕਾ ਲਾ ਦਿੰਦਾ ਸੀ ਗਰਦਨ 'ਤੇ ਥੱਲੇ, ਕਿਉਂਕਿ ਮੈਂ ਆਪ ਹੀ ਉਹਨੂੰ ਸਵੇਰੇ ਉੱਠ ਕੇ ਤਿਆਰ ਕਰਨਾ, ਆਪ ਹੀ ਉਹਨਾਂ ਦਾ ਮੇਕਅਪ ਕਰਵਾਉਣਾ, ਆਪ ਹੀ ਉਹਨੂੰ ਡਰੈਸ ਚੂਜ਼ ਕਰਨੀ, ਗਲ 'ਚ ਸਕਾਰਫ ਪਾਉਣਾ, ਸਾਰਾ ਕੁਛ ਕਰਨਾ। ਅਤੇ ਕਾਫੀ ਹੱਦ ਤੱਕ ਉਹ ਮੈਨੂੰ ਕਹਿੰਦੇ ਵੀ ਸੀ ਮੈਨੂੰ ਦੱਸਿਆ ਕਰੋ। ਅਤੇ ਉਹ ਇੰਨੇ ਖੂਬਸੂਰਤ, ਇੰਨੇ ਸੋਹਣੇ ਲੱਗਦੇ ਹੁੰਦੇ ਸੀ, ਅਤੇ ਉਹ ਕਾਲਾ ਟਿੱਕਾ ਲਾ ਕੇ ਜਿਵੇਂ ਮਾਂ ਭੇਜਦੀ ਹੈ, ਤਾਂ ਮੈਂ ਹਮੇਸ਼ਾ ਉਹਨੂੰ ਕਹਿੰਦਾ ਹੁੰਦਾ ਸੀ ਵੀ ਨਜ਼ਰ ਨਾ ਲੱਗ ਜੇ। ਫਿਰ ਕਈ ਵਾਰੀ ਜਿਵੇਂ ਵੀ ਆਪਣੀਆਂ ਰਵਾਇਤਾਂ ਹੁੰਦੀਆਂ ਵੀ ਮੁੰਡਾ ਸਾਡਾ ਕਾਇਮ ਰਵੇ, ਸੋ ਉਹ ਬੜੇ ਕਮਾਲ ਅੱਜ ਵੀ ਉਹਨਾਂ ਨੇ ਇਸ ਉਮਰ ਦੇ ਵਿੱਚ ਆਪਣੇ ਨੂੰ ਬਹੁਤ ਸੰਭਾਲ ਕੇ ਰੱਖਿਆ। ਔਰ ਮੇਰਾ ਦਿਲੀ ਬੜਾ ਪਿਆਰ ਉਹਨਾਂ ਨਾਲ, ਮੈਨੂੰ ਮਤਲਬ ਉਹ ਆਪਣੇ ਛੋਟੇ ਭਰਾ ਵਾਂਗੂ ਲੱਗਦੇ ਆ, ਕਿਉਂਕਿ ਸੱਜਣ ਦੇ ਭਰਾ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਬਹੁਤ ਘੱਟ ਮਿਲਦੇ ਨੇ। ਅਤੇ ਉਹਨਾਂ ਨੂੰ ਦੇਖ ਕੇ ਵੈਸੇ ਹੀ ਰੂਹ ਖੁਸ਼ ਹੁੰਦੀ ਹੈ, ਵਾਹ ਵੀ ਐਡਾ ਸੋਹਣਾ ਸੁਨੱਖਾ ਧਰਤੀ ਮਾਨ ਪੰਜਾਬ ਦੀ ਧਰਤੀ ਨੂੰ ਲਾਲ ਜੰਮਿਆ। ਸੋ ਉਹਨਾਂ ਦਾ ਜੀ ਤਾਂ ਕਿਆ ਬਾਤ ਹੈ। ਮਹਾਰਾਜ ਉਹਨਾਂ ਨੂੰ ਲੰਬੀ ਉਮਰ ਕਰੇ, ਖੁਸ਼ੀਆਂ ਦੇਵੇ, ਤਰੱਕੀਆਂ ਬਖਸ਼ੇ। ਅਤੇ ਉਹ ਜਦ ਵੀ ਉਹਨਾਂ ਨੇ ਕੰਮ ਕਰੀਦਾ ਇੱਕ ਇਹੋ ਜਿਹਾ ਮਾਹੌਲ ਬਣ ਜਾਂਦਾ ਜਿਵੇਂ ਘਰ ਦਾ ਮਾਹੌਲ ਹੁੰਦਾ। ਸੋ ਹਮੇਸ਼ਾ ਹੀ ਉਹਨਾਂ ਦਾ ਅਤੇ ਮੇਰਾ ਜਿਹੜਾ ਮਿਲਾਪ ਹੈ ਉਹ ਇੱਕ ਕੁਦਰਤੀ ਪਿਛਲੇ ਜਨਮ ਤੋਂ ਚੱਲਿਆ ਆ ਰਿਹਾ। ਜੱਟ ਤੇ ਜ਼ਮੀਨ ਫਿਲਮ ਬਾਰੇ ਦੱਸੋ। ਜੱਟ ਤੇ ਜ਼ਮੀਨ ਅਸੀਂ ਫਿਲਮ ਜਦ ਸ਼ੁਰੂ ਕੀਤੀ ਸੀ, ਉਦੋਂ ਵਰਿੰਦਰ ਜੀ ਕਹਿੰਦੇ ਸੀ ਮੇਰੀ ਲਾਸਟ ਫਿਲਮ ਹੈ ਵੀ ਮੈਂ ਇਸ ਤੋਂ ਬਾਅਦ ਮੈਨੂੰ 2 ਮੁੰਡੇ ਮਿਲ ਗਏ, ਗੁੱਗੂ ਮਿਲ ਗਿਆ, ਯੋਗ ਮਿਲ ਗਿਆ, ਮੈਂ ਹੁਣ ਡਾਇਰੈਕਟਰ ਬਣੂੰਗਾ ਅਤੇ ਮੈਂ ਦੋਨਾਂ ਨੂੰ ਹੀਰੋ ਅਤੇ ਇੱਕ ਵਿਲਨ ਮੇਰੇ ਕੋਲ ਦੋਨੋਂ ਹੈਗੇ ਹੈ। ਅਤੇ ਅਨਫੋਰਚੂਨੇਟਲੀ ਉਹਨਾਂ ਦੀ ਮੌਤ ਹੋ ਗਈ, ਉਹ ਅਕਾਲ ਚਲਾਣਾ ਕਰ ਗਏ। ਅਤੇ ਉਸ ਤੋਂ ਬਾਅਦ ਬੜਾ ਵੈਕਿਊਮ ਆਇਆ। ਲੇਕਿਨ ਜੱਟ ਤੇ ਜ਼ਮੀਨ ਦੇ ਵਿੱਚ ਇੱਕ ਬੜੀ ਜਿਹੜੀ ਸਭ ਤੋਂ ਅੱਛੀ ਗੱਲ ਹੋਈ ਕਿ ਯੋਗਰਾਜ ਸਿੰਘ ਅਤੇ ਗੁੱਗੂ ਗਿੱਲ ਦਾ ਜਿਹੜੀ ਯਾਰੀ ਪ੍ਰਫੁੱਲਤ ਹੋਈ ਹੈ ਉੱਥੋਂ। ਮੈਨੂੰ ਯਾਦ ਹੈ ਜਦ ਗੁੱਗੂ ਆਇਆ ਸੀ ਤਾਂ ਮੈਂ ਪੁੱਛਿਆ ਵੀ ਗੁੱਗੂ ਜੀ ਦਾ ਟੈਚੀ ਕਿੱਥੇ ਹੈ। ਉਸ ਤੋਂ ਪਹਿਲਾਂ ਮਾਨੀਖੇੜੇ ਜਾ ਕੇ ਆਇਆ ਸੀ, ਅਤੇ ਉਹ ਟੈਚੀ ਫਿਰ ਚੱਕ ਕੇ ਮੈਂ ਆਪਣੇ ਕਮਰੇ 'ਚ ਲੈ ਗਿਆ ਸੀ। ਫਿਰ ਉਹਨਾਂ ਦੇ ਕੱਪੜੇ ਐਨ ਵਿਛਾਤੇ ਸੀ, ਅਤੇ ਅਸੀਂ ਕਿਹਾ ਸੀ ਵੀ ਆਪਾਂ ਇੱਕੋ ਕਮਰੇ 'ਚ ਰਹਿਣਾ। ਅਤੇ ਪਿਆਰ ਭਾਵਨਾ ਦੀ ਗੱਲ ਹੈ, ਅਸੀਂ ਫਿਰ ਇਕੱਠੇ ਇੱਕੋ ਹੀ ਕਮਰੇ 'ਚ ਕਾਫੀ ਦੇਰ ਬਹੁਤ ਸ਼ੂਟਿੰਗਾਂ ਕੀਤੀਆਂ ਔਰ ਉੱਥੇ ਬੜਾ ਇੰਜੋਏ ਕੀਤਾ। ਸਰਦੀਆਂ ਦੇ ਦਿਨ ਸੀਗੇ, ਲੇਕਿਨ ਮਾਹੌਲ ਬੜਾ ਖ਼ਰਾਬ ਸੀ, ਡਰ ਹੀ ਲੱਗਦਾ ਰਹਿੰਦਾ ਸੀ ਕੋਈ ਗੱਲ ਨਾ ਹੋ ਜੇ। ਸੋ ਬਟ ਵਰਿੰਦਰ ਜੀ ਦੀ ਮੌਤ ਹੋਈ, ਉਹਨੂੰ ਬੜਾ ਦੁੱਖ ਹੋਇਆ ਵੀ ਉਹ ਮੈਨੂੰ ਲੈ ਕੇ ਆਏ ਸੀ ਫਿਲਮਾਂ 'ਚ, ਅਤੇ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਅੱਜ ਵੀ ਉਹਨਾਂ ਦੇ ਪਰਿਵਾਰ ਦਾ। ਅਤੇ ਕਿਉਂਕਿ ਜਿਹੜਾ ਬੰਦੇ ਨੇ ਤੁਹਾਡੀ ਉਂਗਲੀ ਫੜੀ ਹੋਵੇ ਉਹ ਹਮੇਸ਼ਾ ਤੁਹਾਨੂੰ ਯਾਦ ਹੀ ਰਹਿੰਦਾ ਜੀ। ਇੱਕ ਮੈਂ ਤੁਹਾਨੂੰ ਇੰਸੀਡੈਂਟ ਸੁਣਾਉਣਾ ਜੱਟ ਤੇ ਜ਼ਮੀਨ ਦਾ। ਬਹੁਤ ਠੰਡ ਪੈ ਰਹੀ ਸੀ ਅਤੇ ਵਰਿੰਦਰ ਜੀ ਕਹਿਣ ਲੱਗੇ ਉੱਥੇ ਇੱਕ ਨਾਲਾ ਸੀ ਬੜਾ ਗੰਦਾ, ਆਪਣੇ ਪਿੰਡਾਂ 'ਚ ਨਾਲੇ ਨਹੀਂ ਹੁੰਦੇ ਉੱਦਾਂ ਦਾ। ਮੈਨੂੰ ਕਹਿੰਦੇ ਵੀ ਮੈਂ ਕੈਮਰਾ ਫਿੱਟ ਕਰਨ ਲੱਗਿਆ ਅੰਦਰ, ਅਤੇ ਇੱਕ ਕੈਮਰਾ ਉੱਤੇ ਫਿੱਟ ਕਰਨਾ, ਆਪਾਂ ਫਾਈਟ ਸੀਕੁਐਂਸ ਕਰਨਾ ਅਤੇ ਇਹ 'ਚ ਕੱਟ ਕੋਈ ਨਹੀਂ, ਜਿਹੋ ਜਿਹੀ ਫਾਈਟ ਹੋਊਗੀ ਦੇਸੀ ਆਪਾਂ ਉਵੇਂ ਹੀ ਚੱਲਣਾ। ਅਤੇ ਮੈਂ ਨਾ ਜਦ ਅੰਦਰ ਜੰਪ ਮਾਰਿਆ ਅਤੇ ਉਹਦੇ ਵਿੱਚ ਗਿਆ ਥੱਲੇ, ਅਤੇ ਉੱਥੇ ਮੈਂ ਥੱਲੇ ਨਾ ਚੀਕਣੀ ਮਿੱਟੀ ਸੀ ਅਤੇ ਉਹ 'ਚ ਪੈਰ ਬੜਾ ਸਲਿੱਪ ਕਰਦਾ ਸੀ, ਅਤੇ ਫਰਮ ਮੈਂ ਖੜਾ ਸੀ। ਅਤੇ ਮੈਂ ਕਿਹਾ ਭਾਜੀ ਤੁਸੀਂ ਹੌਲੀ ਜੰਪ ਮਾਰਿਓ ਬਈ ਇੱਥੇ ਥੋੜ੍ਹਾ ਜਿਹਾ ਕੰਮ ਖਰਾਬ ਹੈ। ਅਤੇ ਉਹਨਾਂ ਨੇ ਜੰਪ ਮਾਰਨ ਤਾਂ ਪੈਰ ਸਲਿੱਪ ਕਰ ਗਿਆ, ਅਤੇ ਉਹਨਾਂ ਨੂੰ ਬੜੀ ਸਟਰਗਲ ਕਰਕੇ ਡੁੱਬ ਚੱਲੇ ਸੀ, ਖਿੱਚ ਕੇ ਬਾਹਰ ਲਿਆਂਦਾ। ਨਾਲੇ ਮੈਂ ਫਾਈਟ ਵੀ ਕਰ ਰਿਹਾ ਸੀ, ਨਾਲੇ ਉਹਨੂੰ ਖਿੱਚ ਵੀ ਰਿਹਾ ਸੀ, ਅਤੇ ਨਾਲੇ ਉਹ ਮਿੱਟੀ ਸਲਿੱਪ ਵੀ ਕਰ ਰਹੀ ਸੀ। ਉਹ ਫਿਰ ਰਾਤ ਨੂੰ 2 ਵੱਜ ਗਏ ਦੀ ਸ਼ੂਟਿੰਗ ਕਰਦੇ, ਅਤੇ ਬੁਰਾ ਹਾਲ, ਬੁਖਾਰ ਚੜ੍ਹ ਗਿਆ ਮੈਨੂੰ। ਫਿਰ ਬਾਈ ਜੀ ਬਾਹਰ ਆ ਗਏ, ਮੈਂ ਉਹਨੂੰ ਬਾਈ ਜੀ ਕਹਿੰਦੇ ਸੀ, ਵੱਡਿਆਂ ਨੂੰ ਬਾਈ ਜੀ ਕਹਿੰਦੇ।
ਤੇ ਵਰਿੰਦਰ ਜੀ ਕਹਿਣ ਲੱਗੇ, ਕਹਿੰਦੇ ਆ ਯੋਗ ਨਾ ਹੁੰਦਾ ਤਾਂ ਮੈਂ ਤਾਂ ਮਰ ਚੱਲਿਆ ਸੀ। ਮੈਂ ਕਹਿੰਦਾ ਜੀ ਬਚਾਉਣ ਵਾਲਾ ਰੱਬ ਹੈ, ਪਰ ਉਹ ਬਹੁਤ ਡੇਂਜਰਸ ਫਾਈਟ ਹੈ। ਜੇ ਤੁਸੀਂ ਕਦੇ ਫਿਲਮ ਦੇਖੋ ਤਾਂ ਉਹ ਇਨਸੀਡੈਂਟ ਮੈਨੂੰ ਯਾਦ ਹੈ ਜੀ ਕਾਫੀ। ਹਾਂਜੀ, ਲੋਕੀ ਕਹਿੰਦੇ ਨੇ ਆਨਲਾਈਨ ਤੁਹਾਨੂੰ ਸੁਣ ਰਹੇ ਤਾਂ ਲੱਗਦਾ ਹੈ ਕਿ ਰਾਜਵੀਰ ਸਿੰਘ ਭੰਗੂ ਜੀ ਕਹਿ ਰਹੇ ਨੇ, ਹਾਂਜੀ, ਕਹਿੰਦੇ ਪਹਿਲੀ ਵਾਰ, ਕਿਉਂਕਿ ਤੁਸੀਂ ਦੱਸ ਦਿਓ ਮੈਨੂੰ ਪੜ੍ਹਨ 'ਚ ਥੋੜੀ ਪ੍ਰੋਬਲਮ ਆ ਰਹੀ ਆ, ਵੀ ਅਸੀਂ ਆਨਲਾਈਨ ਤੁਹਾਨੂੰ ਦੇਖ ਕੇ ਇਹ ਲੱਗਦਾ ਵੀ ਤੁਸੀਂ ਸਾਡੇ ਨਾਲ ਕੋਲ ਬੈਠ ਕੇ ਬੜੀ ਖੁਸ਼ੀ ਹੋ ਰਹੀ ਹੈ ਸਾਨੂੰ। ਰਾਜਵੀਰ ਭੰਗੂ ਜੀ, ਗੱਲ ਇਹ ਹੈ, ਇਹ ਜਿਹੜੀ ਮਿਲਾਪ ਹੈ ਨਾ, ਇਹ ਜਿਹੜਾ ਰੂਹ ਦਾ ਮਿਲਾਪ ਹੈ, ਇਹ ਮੇਰੀ ਗੱਲ ਸਮਝੋ ਮੈਂ ਕਹਿਣਾ ਕੀ ਚਾਹੁੰਦਾ। ਇਹ ਜਿਹੜੀ ਰੂਹ ਹੈ ਨਾ, ਆਪਣੀ ਬੰਦੇ ਦੀ ਬੜੀ ਪਿਆਰ ਭਰੀ ਰੱਬ ਨੇ ਪਿੱਛੋਂ ਭੇਜੀ ਹੈ ਵੀ ਤੂੰ ਇਸ ਕਾਇਨਾਤ ਨਾਲ, ਇਸ ਕਾਇਨਾਤ ਦੇ ਹਰ ਜੀਅ ਨਾਲ ਪਿਆਰ ਕਰਨਾ। ਤੇ ਆਪਾਂ ਜਿਹੜਾ ਆਪਣੇ ਸਾਹਮਣੇ ਬੈਠੇ ਆ, ਇਹ ਰੂਹ ਦਾ ਇਸ਼ਕ ਪਿਆਰ ਹੈ। ਹਰ ਚੀਜ਼ ਇੱਕ ਪਿਆਰ, ਮੁਹੱਬਤ ਤੇ ਇਸ਼ਕ ਤੋਂ ਸ਼ੁਰੂ ਹੁੰਦੀ ਆ। ਉਹ ਰੂਹਾਂ ਇਹੋ ਜਿਹੀਆਂ ਹੁੰਦੀਆਂ ਨੇ। ਇਹ ਹੋਰ ਗੱਲ ਹੈ ਵੀ ਆਪਾਂ ਬੰਦੇ ਨੂੰ ਦੇਖ ਕੇ ਆਪਾਂ ਉਹਨੂੰ ਸਮਝ ਲੈਂਦੇ ਵੀ ਮੇਰਾ ਦਾ ਕੀ ਰਿਸ਼ਤਾ ਹੈ। ਮੈਂ ਸਮਝਦਾ ਕਿ ਇਸ ਧਰਤੀ 'ਤੇ ਹਰ ਆਦਮੀ ਦਾ, ਹਰ ਇਨਸਾਨ ਨਾਲ ਇੱਕ ਗੂੜਾ ਰਿਸ਼ਤਾ ਹੈ, ਕਿਉਂਕਿ ਆਪਾਂ ਇੱਕ ਪਰਿਵਾਰ ਦੇ ਆ। ਗੁਰੂ ਮਹਾਰਾਜ ਨਿਰੰਕਾਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਨਾ, ਏਕ ਨੂਰ ਤੇ ਸਭ ਜਗੋ ਉਪਜਿਆ, ਵੀ ਉਹ ਪਿਤਾ ਸਾਰਿਆਂ ਦਾ, ਤੇ ਆਪਾਂ ਉਹਦੇ ਪਰਿਵਾਰ ਦੇ ਆ। ਤੇ ਹਮੇਸ਼ਾ ਹੀ ਜੇ ਆਪਾਂ ਪਰਿਵਾਰਿਕ ਰੂਪ 'ਚ ਸਾਰਿਆਂ ਨੂੰ, ਜਿੰਨੇ ਸਰੋਤੇ ਤੁਸੀਂ ਸਭ, ਉਹਨਾਂ ਨੂੰ ਇਹ ਸਮਝ ਲਈਏ ਵੀ ਇਹ ਮੇਰੇ ਆਪ ਦੇ ਨੇ, ਇਹ ਮੇਰਾ ਆਪਦਾ ਹੀ ਖੂਨ ਹੈ, ਮੇਰੇ ਆਪਦੇ ਹੀ ਜਿਸਮ ਦੇ ਟੁਕੜੇ ਨੇ, ਤੇ ਤੁਹਾਨੂੰ ਲੋਕਾਂ ਨਾਲ ਪਿਆਰ ਹੋਣ ਲੱਗ ਜੂਗਾ। ਔਰ ਯਕੀਨ ਮੰਨਣਾ ਕਿ ਤੁਸੀਂ ਅੰਤਰ ਧਿਆਨ ਹੋ ਕੇ ਕਿਸੇ ਵੀ ਇਨਸਾਨ ਨਾਲ, ਕੋਈ ਵੀ ਤੁਹਾਨੂੰ ਮਿਲਦਾ ਹੈ ਜਾਂ ਤੁਸੀਂ ਕਿਤੇ ਨਾਲ ਰੂਬਰੂ ਗੱਲਾਂ ਕਰਦੇ ਜਿਵੇਂ ਆਪਾਂ ਕਰ ਰਹੇ ਹਾਂ, ਤੁਸੀਂ ਅੰਤਰ ਧਿਆਨ ਹੋ ਕੇ ਉਹਦੀ ਰੂਹ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਿਓ, ਤੁਹਾਨੂੰ ਆਪੇ ਹੀ ਉਸ ਬੰਦੇ ਨਾਲ ਪਿਆਰ ਹੋ ਜਾਊਗਾ। ਔਰ ਤੁਹਾਨੂੰ ਇਹ ਲੱਗੂਗਾ ਵੀ ਇਹ ਐਂ ਲੱਗਦਾ ਵੀ ਮੇਰਾ ਇਹਦੇ ਨਾਲ ਨਾ ਕਿਤੇ ਰਿਸ਼ਤਾ ਪਿਛਲੇ ਜਨਮ ਦਾ ਜੁੜਿਆ। ਸੋ ਮੈਂ ਸਮਝਦਾ ਆਪਾਂ ਸਾਰੇ ਜਿਹੜੇ ਹੁਣ ਵੀ ਗੱਲ ਕਰ ਰਹੇ ਹਾਂ, ਆਮਣੇ ਸਾਹਮਣੇ ਬੈਠੇ ਆ, ਜਾਂ ਕੋਈ ਹੋਰ ਵੀ ਬੰਦੇ ਆਪਾਂ ਨੂੰ ਮਿਲਦੇ ਨੇ, ਉਹ ਬੰਦੇ ਹਮੇਸ਼ਾ ਇਸ ਕਰਕੇ ਮਿਲਦੇ ਨੇ ਕਿਤੇ ਨਾ ਕਿਤੇ ਜ਼ਿੰਦਗੀ ਤੁਹਾਨੂੰ ਮਿਲ ਚੁੱਕੀ ਹੈ। ਨਹੀਂ ਤਾਂ ਮਿਲਾਪ ਜਿਹੜੇ ਹੈਗੇ ਉਹ ਐਂ ਕਦੇ ਹੁੰਦੇ। ਸੋ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇੰਨਾ ਸਤਿਕਾਰ ਪਿਆਰ ਕਰਦੇ ਹੋ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਸਰੋਤਿਆਂ ਦਾ, ਬਿਲਕੁਲ ਵੀ। ਮੈਂ ਕੁਛ ਵੀ ਨਹੀਂ, ਮੈਂ ਖਾਕ ਵੀ ਨਹੀਂ, ਮੈਂ ਜ਼ਰਾ ਵੀ ਨਹੀਂ। ਹਾਂਜੀ, ਉਹ ਗੱਲ ਇਹ ਹੈ कि जब तक मैं बिका न था कोई पूछता न था, आप लोगों ने खरीद कर मुझे अनमोल बना दिया। रब ने थापड़ा दिता, उन्हें हीरा बनाता। सो हमेशा आवाम की अरदास हुंदी है, आवाम नूं प्यार हुंदा है, थोड़े वर्गे ਸਰੋਤਿਆਂ ਨੂੰ ਪਿਆਰ ਹੁੰਦਾ ਤਾਂ ਹੀ ਉਹ ਬੰਦਾ ਬਣਦਾ ਹੈ। ਕਿਸੇ ਆਰਟਿਸਟ ਨੂੰ, ਕਿਸੇ ਬੰਦੇ ਨੂੰ ਇਹ ਭਰਮ ਨਹੀਂ ਹੋਣਾ ਚਾਹੀਦਾ, ਜਾਂ ਸੈਲੀਬ੍ਰਿਟੀ ਨੂੰ ਕਿ ਮੈਂ ਬਹੁਤ ਵੱਡਾ। ਉਹਨੂੰ ਹਮੇਸ਼ਾ ਗੱਲ ਕਹਿਣੀ ਚਾਹੀਦੀ ਹੈ ਕਿ ਮੈਂ ਜ਼ਰਾ, ਮੈਂ ਖਾਕ ਹਾਂ ਤੇ ਆਪਣੇ ਸਰੋਤਿਆਂ ਦੀ ਜੁੱਤੀ ਦੀ ਮਿੱਟੀ ਹਾਂ। ਜਦ ਇੰਨੀ ਨਿਮਰਤਾ ਬੰਦੇ 'ਚ ਆ ਜੂਗੀ, ਉਹ ਜ਼ਿੰਦਗੀ 'ਚ ਹਮੇਸ਼ਾ ਹੀ ਪ੍ਰਫੁੱਲਿਤ ਰਹੂਗਾ ਔਰ ਉਹਨੂੰ ਲੋਕ ਪਿਆਰ ਕਰਨਗੇ। ਇਹ ਮੇਰਾ ਮੰਨਣਾ ਹੈ। ਸਰ, ਕ੍ਰਿਕਟ ਅਕੈਡਮੀ ਦੀ ਬੜੀ ਡਿਮਾਂਡ ਆ ਰਹੀ ਹੈ, ਕ੍ਰਿਕਟ ਅਕੈਡਮੀ ਖੋਲ੍ਹਣ ਵਾਸਤੇ ਕਹਿ ਰਹੇ ਆਪਣੇ ਬੱਚੇ ਕਰਨਾ ਚਾਹੁੰਦੇ ਨੇ, ਕਿਉਂਕਿ ਪੰਜਾਬ ਦੀ ਕ੍ਰਿਕਟ ਅਕੈਡਮੀ ਦੀ ਫੈਸਿਲਿਟੀ ਹੈ। ਮੇਰੀ ਬੜੀ ਤਮੰਨਾ ਜੀ, ਅਸੀਂ ਇੱਕ ਕੰਮ ਸ਼ੁਰੂ ਵੀ ਕੀਤਾ, ਮਹਾਰਾਜ ਸੁੱਖ ਰੱਖੇ ਉਹ ਪ੍ਰਫੁੱਲਤ ਹੋ ਜੇ, ਤੇ ਅਸੀਂ ਦੇਖ ਰਹੇ ਹਾਂ ਜ਼ਮੀਨ ਇੱਕ ਅਕੈਡਮੀ ਬਣਾਉਣ ਦੀ ਇੱਕ ਸ਼ੋਅ ਵੀ ਕ੍ਰੀਏਟ ਕਰ ਰਹੇ ਹਾਂ ਸਾਰੇ ਇਕੱਠੇ ਹੋ ਕੇ। ਮੈਂ ਹਮੇਸ਼ਾ ਹੀ ਸਮਝਿਆ, ਮੈਂ ਯੂਵੀ ਨਾਲ ਵੀ ਇਹ ਗੱਲ ਕਰਦਾ, ਜਦ ਯੂਵੀ ਪੰਜਾਬ 'ਚ ਨਹੀਂ ਸੀ ਆਇਆ, ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਤੇਰੀ ਮੇਰੀ ਕੀ ਔਕਾਤ ਹੈ ਜ਼ਿੰਦਗੀ ਦੇ ਵਿੱਚ। ਆਪਾਂ ਕ੍ਰਿਕਟ ਖੇਲੀ, ਰੱਬ ਨੇ ਆਪਾਂ ਨੂੰ ਪਲੇਅਰ ਬਣਾਇਆ ਤਾਂ ਆਪਣੀ ਪਹਿਚਾਣ ਬਣੀ, ਤੇ ਆਪਾਂ ਨੂੰ ਇਸ ਗੇਮ ਨੇ, ਜਿਹਨੂੰ ਆਪਾਂ ਨੂੰ ਇੰਨਾ ਕੁਛ ਦਿੱਤਾ ਹੈ, ਇਹਨੂੰ ਵਾਪਸ ਦੇਣਾ ਚਾਹੀਦਾ ਹੈ। ਇਹ ਮੈਨੂੰ ਯਾਦ ਹੈ ਜਦ ਯੂਵੀ ਨੇ ਕੋਚਿੰਗ ਸ਼ੁਰੂ ਕੀਤੀ ਸੀ ਪੰਜਾਬ ਦੇ ਵਿੱਚ, ਜਦ ਪੁਨੀਤ ਬਾਲੀ ਜੀ ਲੈ ਕੇ ਆਏ ਸੀ, ਸਾਰੇ ਨੇ ਕਿਹਾ ਵੀ ਤੁਸੀਂ ਆ ਕੇ ਕੋਚਿੰਗ ਕਰੋ। ਲਾਸਟ ਈਅਰ ਜਦ ਕਰੋਨਾ ਦਾ ਟਾਈਮ ਚੱਲਦਾ ਸੀ, ਤੇ ਉਦੋਂ ਉਹਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਪਾਪਾ ਮੈਂ ਕਿਹਾ ਮੈਨੂੰ ਬੜਾ ਚੰਗਾ ਲੱਗਦਾ। ਫਿਰ ਇੱਕ ਦਿਨ ਕਿਹਾ ਵੀ ਤੂੰ ਬੈਟਿੰਗ ਕਰ ਵਿੱਚ, ਕਿਉਂਕਿ ਕੋਚ ਉਹ ਹੁੰਦਾ ਜਿਹੜਾ ਆਪ ਬੈਟਿੰਗ ਕਰਦਾ। ਫਿਰ ਮੁੱਲਾਪੁਰ ਬੱਚਿਆਂ 'ਚ ਖੇਡਦਾ ਸੀ। ਮੈਨੂੰ ਉਹਨੇ ਅੱਖੋਂ ਦਾ ਕੇ ਕਿਹਾ, ਇਹ ਗੱਲ ਕਹੀ ਕਿ ਜਿੰਨੀ ਸੈਟਿਸਫੈਕਸ਼ਨ ਬਾਪੂ ਜੀ ਬੱਚਿਆਂ ਨਾਲ ਮਿਲ ਕੇ, ਇਹਨਾਂ ਦਾ ਕੁਛ ਕਰਕੇ, ਇਹਨਾਂ ਨਾਲ ਖੇਡ ਕੇ ਮਿਲੀ ਹੈ, ਇੰਨੀ ਤਸੱਲੀ ਕਦੇ ਵੀ ਰੂਹ ਨੂੰ ਮਿਲਦੀ ਨਹੀਂ। ਮੈਂ ਕਿਹਾ ਬੇਟਾ, ਇਹੀ ਗੱਲ ਮੈਂ ਜਵਾਬ ਆਪਣੀ ਮਾਂ ਨੂੰ ਦਿੱਤਾ ਸੀ। ਮੇਰੇ ਮਾਤਾ ਜੀ ਨੇ ਮੈਨੂੰ ਕਿਹਾ ਵੀ ਸਾਰਾ ਦਿਨ ਤੂੰ ਬੱਚਿਆਂ ਨਾਲ ਲੱਗਿਆ ਰਹਿੰਦਾ, ਕਦੇ ਕੱਪੜੇ ਚੱਕਦਾ, ਮਿੱਟੋ ਮਿੱਟੀ ਹੋ ਕੇ ਸ਼ਾਮ ਨੂੰ ਘਰੇ ਨਾ, ਤੈਨੂੰ ਕੀ ਮਿਲਦਾ? ਮੈਂ ਕਿਹਾ ਮਾਂ, ਇਹ ਰੱਬ ਦੇ ਬੱਚੇ ਨੇ, ਇਹਨਾਂ ਦੀ ਸੇਵਾ ਕਰਦਾ ਨਾ ਤਾਂ ਮੈਨੂੰ ਐਂ ਲੱਗਦਾ ਵੀ ਰੱਬ ਮੈਨੂੰ ਰੋਜ਼ ਆਸ਼ੀਰਵਾਦ ਦਿੰਦਾ। ਤੇ ਮੈਂ ਕਿਹਾ ਮਾਤਾ ਜੀ ਤੁਸੀਂ ਦੇਖਿਓ, ਇਹਨਾਂ ਦੀ ਸੇਵਾ ਕਰਦੇ ਕਰਦੇ ਆਪਣੇ ਘਰ 'ਚ ਬਹੁਤ ਵੱਡਾ ਬੋਰਡ ਰੱਬ ਨੇ ਲਾਉਣਾ, ਜਿਹਦੀ ਛਤਰ ਛਾਇਆ ਹੇਠ ਬੈਠ ਕੇ ਲੋਕੀ ਛਾਂ ਮਾਣਿਆ ਕਰਨਗੇ। ਸੋ ਮੇਰੀ ਬੜੀ ਤਮੰਨਾ ਹੈ ਜੀ
ਕਿ ਮੈਂ ਅਕੈਡਮੀ ਕ੍ਰਿਕਟ ਦੀ ਵੀ ਖੋਲ੍ਹਾਂ, ਸਾਰੀ ਸਪੋਰਟਸ ਦੀਆਂ ਖੋਲ੍ਹਾਂ। ਰੱਬ ਸੁੱਖ ਰੱਖੇ, ਤੁਸੀਂ ਦੁਆ ਕਰਨਾ ਗੁਰੂ ਚਰਨਾਂ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਕ੍ਰਿਕਟ ਅਕੈਡਮੀ, ਔਰ ਅਸੀਂ ਬਹੁਤ ਵੱਡਾ ਕਰਨ ਜਾ ਰਹੇ ਹਾਂ। ਸਾਡੇ ਨਾਲ ਹੋਰ ਵੀ ਬੰਦੇ ਪੰਜਾਬ ਦੇ ਰਲੇ ਆ। ਸਾਡਾ ਇੱਕ ਪ੍ਰੋਜੈਕਟ ਬਣ ਰਿਹਾ ਔਰ ਉਹ ਕੁਐਸਟ ਟੈਂਪਲੀ ਫਿਲਮ ਦੇ ਨਾਲ ਮਿਲ ਕੇ ਹੀ ਬਣ ਰਿਹਾ। ਸੋ ਤੁਸੀਂ ਫਿਕਰ ਨਾ ਕਰੋ, ਜਿੰਨਾ ਚਿਰ ਮੇਰੇ 'ਚ ਸਾਥ ਚੱਲਦਾ, ਮੈਂ, ਮੇਰਾ ਬੇਟਾ ਯੂਵੀ, ਅਸੀਂ ਸਾਰੇ ਰਲ ਕੇ ਪੰਜਾਬ ਦੀ ਸਪੋਰਟਸ ਕ੍ਰਿਕਟ ਅਕੈਡਮੀ ਜਿਹੜੀ ਹੈ ਉਹ ਵੱਡੀ ਬਣਾਵਾਂਗੇ ਪੰਜਾਬ ਦੇ ਵਿੱਚ, ਔਰ ਵੱਡੇ ਪੱਧਰ 'ਤੇ ਬਣਾਵਾਂਗੇ ਜਿੱਥੇ ਸੱਚਾਈ ਨਾਲ ਕੰਮ ਹੋਊਗਾ, ਜਿੱਥੇ ਬਰਾਬਰ ਤੱਕੜੀ ਤੁਲੂਗੀ, ਔਰ ਜਿੱਥੇ ਖਿਡਾਰੀ ਆਪਾਂ ਬਣਾਇਆ ਕਰਾਂਗੇ। ਮਹਾਰਾਜ ਦੀ ਕਿਰਪਾ ਚਾਹੀਦੀ ਹੈ। ਇਹ ਵੀ ਮੇਰੇ ਮਨ 'ਚ ਸੀ, ਤੁਸੀਂ ਕਹਿਤਾ, ਪਰ ਮੇਰੇ ਦਿਲ 'ਚ ਹਮੇਸ਼ਾ ਰਹਿੰਦਾ ਕਿ ਮੈਂ ਆਪਣੇ ਪੰਜਾਬ ਵਾਸਤੇ, ਆਪਣੇ ਦੇਸ਼ ਵਾਸਤੇ ਬਹੁਤ ਕੁਝ ਕਰਾਂ। ਤੁਸੀਂ ਯਕੀਨ ਮੰਨਣਾ, ਪਿਛਲੇ 42-43 ਸਾਲਾਂ ਦੇ ਵਿੱਚ ਕੋਈ 20-25 ਹਜ਼ਾਰ ਮੁੰਡਾ ਐਸਾ ਤਿਆਰ ਕੀਤਾ ਹੈ ਜਿਹੜਾ ਇਕੱਲਾ ਕ੍ਰਿਕਟ ਨਹੀਂ ਖੇਲਿਆ ਦੇਸ਼ ਵਾਸਤੇ ਜਾਂ ਸਟੇਟ ਵਾਸਤੇ, IPL ਵਾਸਤੇ, ਜਿਹੜੇ ਵੱਡੇ ਵੱਡੇ ਅਫਸਰ ਬਣੇ, IPS ਅਫਸਰ ਬਣੇ, ਸੁਪਰੀਮ ਕੋਰਟ ਦੇ ਜੱਜ ਬਣੇ, ਚੀਫ ਜਸਟਿਸ ਬਣੇ, ਇੰਜੀਨੀਅਰ ਬਣੇ, ਪਾਇਲਟਸ ਬਣੇ। ਔਰ ਮੈਨੂੰ ਉਹਨਾਂ ਜਦ ਵੀ ਮਿਲਦੇ ਆ, ਹੁਣ ਵੀ ਫੋਨ ਆਉਂਦਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਕਹਿੰਦੇ ਸਰ, ਸਾਨੂੰ ਤੁਸੀਂ ਇੱਕ ਪਿਓ ਦਾ, ਕਿਤੇ ਗੁਰੂ ਦਾ ਪਿਆਰ ਦਿੱਤਾ ਹੈ ਅਤੇ ਅਸੀਂ ਤੁਹਾਡੇ ਨਕਸ਼ੇ ਕਦਮ 'ਤੇ ਚੱਲ ਕੇ ਆਪਣੀ ਜ਼ਿੰਦਗੀ ਗੁਜ਼ਾਰੀ ਹੈ। ਸੋ ਬੜਾ ਚੰਗਾ ਲੱਗਦਾ। ਔਰ ਮੈਂ ਹਮੇਸ਼ਾ ਕਹਿੰਦਾ ਕਿ ਜਿਹੜਾ ਬੰਦਾ ਦੇ ਰਿਹਾ ਕੁਛ, ਉਹੀ ਸਭ ਕੁਛ ਹੈ। ਜਿਹੜਾ ਸਭ ਕੁਛ ਲਈ ਜਾਂਦਾ ਉਹਦੇ ਪੱਲੇ ਕੁਛ ਨਹੀਂ। ਜੇ ਤੁਸੀਂ ਦਿਓਗੇ, ਤੁਸੀਂ 100 ਗੁਣਾ ਬ੍ਰਹਮੰਡ ਨੂੰ ਦਿਓ, 100 ਗੁਣਾ, 200 ਗੁਣਾ ਦੇਈ ਚੱਲੋ, ਲੋਕਾਂ ਨੂੰ ਦੇਈ ਚੱਲੋ, ਬ੍ਰਹਮੰਡ ਨੂੰ ਦੇਈ ਚੱਲੋ, ਦੇਸ਼ ਨੂੰ, ਦੇਸ਼ ਦੇ ਲੋਕਾਂ ਨੂੰ ਦੇਈ ਚੱਲੋ, ਉਹਨਾਂ ਲਈ ਕਰੀ ਚੱਲੋ, ਸੇਵਾ ਕਰੀ ਚੱਲੋ, ਤੁਹਾਨੂੰ ਰੱਬ ਬਹੁਤ ਕੁਝ ਦਿੰਦਾ। ਇਹ ਮੇਰਾ ਮੰਨਣਾ ਔਰ ਮੇਰੇ ਸਾਹਮਣੇ ਜ਼ਿੰਦਗੀ ਦੇ ਵਿੱਚ ਹੋਇਆ ਜੀ। ਸਰ, ਲੈਸਟਰ UK ਤੋਂ ਇੱਕ ਕੁਐਸਚਨ ਹੈ। ਹਾਂਜੀ Sir, Yuvraj ji, how do you have a connection with Baba Deep Singh? How that feeling starts actually? ਮੈਂ ਕਿਸ ਤਰੀਕੇ ਨਾਲ ਇਹ ਗੱਲ ਤੁਹਾਨੂੰ ਦੱਸਾਂ, ਮੇਰੇ ਛੋਟੇ ਵੀਰ, ਮੇਰੇ ਪੁੱਤਰ, ਜੋ ਵੀ ਹੋ ਤੁਸੀਂ, ਹੰਸਪਾਲ ਜੀ, ਮੈਂ ਕਿਸ ਮੂੰਹ ਨਾਲ ਤੁਹਾਨੂੰ ਇਹ ਗੱਲ ਦੱਸਾਂ ਔਰ ਕਿਵੇਂ ਦੱਸਾਂ। ਇੱਕ ਇਹੋ ਜਿਹੀ ਗੱਲ ਹੈ ਜਿਹਨੂੰ ਲਫ਼ਜ਼ਾਂ ਵਿੱਚ, ਅਲਫਾਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਤੁਸੀਂ ਇੰਨੀ ਗੱਲ ਸੋਚ ਕੇ ਚੱਲਿਓ ਵੀ ਉਸ ਗੁਰੂ ਘਰ ਦੀ ਅਪਾਰ ਕਿਰਪਾ ਹੈ, ਨਿਰੰਕਾਰ ਦੀ ਕਿਰਪਾ ਹੈ, ਬਾਬਾ ਦੀਪ ਸਿੰਘ ਜੀ ਦੀ ਆਪਣੀ ਮਿਹਰ ਹੈ ਕਿ ਉਹਨਾਂ ਨੇ ਮੇਰੇ ਵਰਗੇ ਬੰਦੇ ਨੂੰ ਆਪਣਾ ਸੁਪੁੱਤਰ ਬਣਾਇਆ, ਪੁੱਤਰ ਬਣਾਇਆ। ਮੈਂ ਪੁੱਤਰ ਬਣਿਆ, ਉਹਨਾਂ ਨੂੰ ਆਪਣਾ ਪਿਤਾ ਬਣਾਇਆ। ਮੈਨੂੰ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਕਹਿੰਦੇ ਹੁੰਦੇ ਆ, ਇਹ ਗੱਲ ਕਰਦੇ ਕਰਦੇ ਹੋ ਸਕਦਾ ਅੱਖ 'ਚ ਕਦੇ ਪਾਣੀ ਵੀ ਆ ਜਾਂਦਾ ਕਿਉਂਕਿ ਪਿਆਰ ਭਰ ਜਾਂਦਾ ਇੰਨਾ। ਉਹ ਮੈਨੂੰ ਕਹਿੰਦੇ ਸਾਰੀ ਸੰਗਤ ਬੈਠੀ ਸੀ ਅਤੇ ਮੈਂ ਜਾ ਕੇ ਉਹਨਾਂ ਦੇ ਚਰਨਾਂ 'ਚ ਸਿਰ ਰੱਖ ਦਿੰਦਾ ਹੁੰਦਾ, ਕਿਉਂਕਿ ਮੈਨੂੰ ਐਂ ਲੱਗਦਾ ਬਾਬਾ ਦੀਪ ਸਿੰਘ ਜੀ ਬੈਠੇ, ਤੁਸੀਂ ਕਦੇ ਉਹਨਾਂ ਨੂੰ ਮਿਲੋਗੇ ਤਾਂ ਤੁਹਾਨੂੰ ਅਹਿਸਾਸ ਹੋਊਗਾ ਇਸ ਗੱਲ ਦਾ। ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਸੰਗਤ ਸਾਰੀ ਬੈਠੀ ਸੀ, ਕਹਿੰਦੇ ਸਭ ਗੁਰੂ ਦੇ ਸਿੰਘ ਬਣੇ, ਗੁਰੂ ਦੇ ਲਾਲ ਬਣੇ, ਗੁਰੂ ਦੇ ਸਿੰਘ ਸਾਰੇ ਬਣ ਜਾਂਦੇ, ਲੇਕਿਨ ਵਾਹਿਦ ਪਹਿਲਾ ਆਦਮੀ ਹੈ ਇਸ ਦੁਨੀਆ ਦੇ ਵਿੱਚ ਜਿਹਨੇ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਪਿਤਾ ਬਣਾਇਆ, ਆਪਣਾ ਪਿਤਾ ਮੰਨਿਆ, ਉਹਨਾਂ ਦਾ ਸਪੁੱਤਰ ਹੈ। ਇਹ ਸੁਣ ਕੇ ਮੇਰੇ ਬੜਾ ਅੱਖਾਂ 'ਚ ਪਾਣੀ ਆਇਆ ਅਤੇ ਮੈਂ ਯੋਗ 'ਤੇ ਨਹੀਂ, ਪਰ ਉਹਨਾਂ ਦੀ ਜਿਹੜੀ ਹੋਂਦ ਹੈ ਮੇਰੇ ਨਾਲ, ਉਹਨੂੰ ਮੈਂ ਅਲਫਾਜ਼ਾਂ 'ਚ ਬਿਆਨ ਨਹੀਂ ਕਰ ਸਕਦਾ। ਮੈਂ ਇੱਕੋ ਗੱਲ ਕਹਿ ਸਕਦਾ ਕਿ ਸਾਰੀ ਦੁਨੀਆ ਇੱਕ ਪਾਸੇ ਅਤੇ ਮੇਰੇ ਬਾਬਾ ਦੀਪ ਸਿੰਘ ਜੀ ਇੱਕ ਪਾਸੇ। ਔਰ ਮੈਂ ਹਮੇਸ਼ਾ ਉਹਨਾਂ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਹੁੰਦਾ ਕਿ ਪਿਤਾ ਜੀ, ਮੈਨੂੰ ਇੱਕ ਅੱਛਾ ਇਨਸਾਨ ਬਣਾਇਓ, ਅੱਛੇ ਕਰਮ ਕਰਾਇਓ, ਬੇਹੱਦ ਪਿਆਰ ਮੇਰੇ 'ਚ ਭਰਿਓ, ਮੈਂ ਉਂਗਲੀ ਫੜ ਕੇ ਮੈਨੂੰ ਆਪ ਇਸ ਭਵਸਾਗਰ ਤੋਂ ਪਾਰ ਕਰਾਇਓ, ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ, ਅੰਗ ਸੰਗ ਰਹਿਓ, ਸਭ ਦਾ ਭਲਾ ਕਰਿਓ, ਕੋਈ ਗਲਤੀ ਹੋ ਜੇ ਮੈਨੂੰ ਮਾਫ਼ ਕਰ ਦਿਓ, ਕਿਉਂਕਿ ਮੈਂ ਤੁਹਾਡਾ ਇੱਕ ਨਿਮਾਣਾ ਜਿਹਾ, ਤੁਹਾਡੀ ਜੁੱਤੀ ਦੀ ਮਿੱਟੀ ਆ, ਗੁਰੂ ਘਰ ਦੇ ਕੁੱਤਿਆਂ ਦਾ ਕੁੱਤਾ। ਇਹ ਮੇਰੀ ਅਰਦਾਸ ਰਹਿੰਦੀ ਹੈ ਸ਼ੁਰੂ ਤੋਂ ਹੀ। ਜਦ ਦਾ ਮੇਰਾ ਜਨਮ ਹੋਇਆ, ਰਾੜੇ ਵਾਲੇ ਸੰਤਾਂ ਨੇ ਗੱਲ ਮੇਰੇ ਮਾਤਾ ਜੀ ਨੂੰ, ਪਿਤਾ ਜੀ ਨੂੰ ਕਹੀ ਸੀ, ਮੇਰੀ ਭੈਣ ਜੀ ਨੂੰ, ਭੈਣ ਗੁਰਚੇਤ ਨੂੰ, ਵੀ ਬਾਬਾ ਦੀਪ ਸਿੰਘ ਦਾ ਸਪੁੱਤਰ ਤੁਹਾਨੂੰ ਦਿੰਦੇ ਆ। ਅਤੇ ਉਸ ਤੋਂ ਬਾਅਦ ਹੇਮਕੁੰਟ ਸਾਹਿਬ ਮੈਂ ਗਿਆ ਸੀ, ਉਦੋਂ ਮੈਂ 12 ਸਾਲ ਦਾ ਸੀਗਾ। ਜਦ ਮੈਂ ਪਿਤਾ ਜੀ ਨੂੰ ਅਤੇ ਮਾਤਾ ਜੀ ਨੂੰ ਆਪਣੇ ਦਰਸ਼ਨ ਲਈ ਕਿਹਾ ਤਾਂ ਸਾਰੇ ਅਸੀਂ ਗਏ ਸੀ ਉਦੋਂ। ਅਤੇ ਜਦ ਵਾਪਸ ਆਏ ਸੀ ਤਾਂ ਉਦੋਂ ਮੇਰੇ ਮਾਤਾ ਜੀ ਨੂੰ ਉਹਨਾਂ ਦੇ ਬੜੇ ਦਰਸ਼ਨ ਹੁੰਦੇ ਰਹਿੰਦੇ ਸੀਗੇ, ਔਰ ਉਹ ਹਮੇਸ਼ਾ ਕਹਿੰਦੇ ਰਹਿੰਦੇ ਸੀ, ਮੇਰਾ ਛੋਟਾ ਨਾਮ ਡਿੰਪਲ ਹੈ, ਵੀ ਜਦ ਤੂੰ ਸੌਣਾ ਹੈ ਤਾਂ ਇੱਕ ਬਹੁਤ ਸਾਰਾ ਵੱਡਾ ਬਾਬਾ ਡਾਂਗ ਲੈ ਕੇ ਪਹਿਰਾ ਦਿੰਦਾ ਹੈ। ਅਤੇ ਉਸ ਗੱਲ ਦਾ ਅਹਿਸਾਸ ਮੈਨੂੰ ਵੀ ਹੋਣ ਲੱਗਿਆ, ਕਿਉਂਕਿ
ਇੱਕ ਸੁਪਨਾ ਐਸਾ ਹੈ ਹੇਮਕੁੰਟ ਸਾਹਿਬ ਦੀ ਧਰਤੀ ਤੇ ਹੀ। ਮੈਂ ਉੱਥੇ, ਮੈਨੂੰ ਨੀਂਦ ਆ ਗਈ ਸੀ ਤੇ ਮੈਂ ਉੱਥੇ ਪੈ ਗਿਆ, ਔਰ ਉਹ ਤੁਹਾਡੇ ਨਾਲ ਸ਼ੇਅਰ ਅੱਜ ਕਰਨ ਲੱਗਿਆ। ਵੈਸੇ ਮੈਂ ਗੱਲ ਬਿਲਕੁਲ ਮੇਰੇ ਤੇ ਬਾਬਾ ਜੀ ਦੇ ਵਿੱਚ ਹੀ ਸੀ, ਪਰ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ। ਔਰ ਉਸ ਸੁਪਨੇ ਦੇ ਵਿੱਚ ਕਿ ਹੇਮਕੁੰਟ ਸਾਹਿਬ 'ਚ ਬਹੁਤ ਵੱਡੀ ਜੰਗ ਚੱਲ ਰਹੀ, ਮੁਗਲਾਂ ਨਾਲ ਜੰਗ ਚੱਲ ਰਹੀ ਹੈ। ਮੈਂ ਵੀ ਲੜ ਰਿਹਾ, ਇੱਕ ਸਿੰਘ ਹਾਂ, ਔਰ ਲੜਦੇ ਮੈਂ ਵੀ ਬਹੁਤ ਬੰਦੇ ਮਾਰੇ, ਬਹੁਤ ਖੂਨ ਖਰਾਬਾ, ਨਦੀਆਂ ਖੂਨ ਦੀਆਂ ਚੱਲ ਰਹੀਆਂ, ਬਹੁਤ ਵੱਡੀ ਜੰਗ ਹੋ ਰਹੀ। ਤੇ 10-5 ਜਿਹੜੇ ਮੁਗਲਾਂ ਨੇ ਫੜ ਕੇ ਮੈਨੂੰ ਨਾ ਪੱਥਰ ਦੇ ਨਾਲ ਲਾ ਲਿਆ, ਕਾਲੇ ਰੰਗ ਦਾ ਪੱਥਰ ਹੈਗਾ। ਤੇ 10ਵੇਂ ਪਾਤਸ਼ਾਹ ਦੀ ਜਿਵੇਂ ਸ਼ੇਡ ਹੁੰਦੀ ਹੈ, ਉੱਦਾਂ ਉਸ ਪੱਥਰ ਉੱਤੇ ਸ਼ੇਡ ਵੱਡੀ ਸਾਰੀ ਅਸਮਾਨ ਨੂੰ ਲੱਗੀ। ਤੇ ਇੱਕ ਬੰਦਾ ਤਲਵਾਰ ਫੜ ਕੇ ਮੇਰੇ ਆਇਆ। ਮੈਂ 12 ਸਾਲ ਦਾ ਸੀ ਉਦੋਂ ਦਾ ਸੁਪਨਾ ਤੁਹਾਨੂੰ ਸੁਣਾ ਰਿਹਾ, ਮੈਨੂੰ ਹੁਣ ਤੱਕ ਇੱਕ ਚੀਜ਼ ਯਾਦ। ਤਲਵਾਰ ਫੜ ਕੇ ਮੇਰੇ ਵੱਲ ਆਇਆ ਤੇ ਮੈਨੂੰ ਮਾਰਨ ਲੱਗਿਆ ਤਾਂ ਬੜੀ ਜ਼ੋਰ ਦੀ ਸੂਰਜ ਘੁੰਮਿਆ, ਸਪਿਨ ਕੀਤਾ, ਔਰ ਉਹਦੇ ਚੋਂ ਹਿਊਜ ਜਿਵੇਂ ਅਸਮਾਨ ਦੇ ਨਾਲ ਆਡਾ ਦਾੜਾ, ਹੱਥ 'ਚ ਖੰਡਾ ਫੜਿਆ ਹੋਇਆ, ਆਹੀ ਸਰੂਪ ਜਿਹੜਾ ਉਹਨਾਂ ਦਾ ਹੁੰਦਾ ਹੈ, ਕਮਰ ਕੱਸਾ ਬੰਨਿਆ ਹੋਇਆ, ਅੱਖਾਂ ਲਾਲ ਉਹਨਾਂ ਦੀਆਂ, ਔਰ ਉਹਨਾਂ ਨੇ ਤਲਵਾਰ ਨਾਲ ਸਾਰੇ ਬੰਦੇ ਮਾਰੇ। ਔਰ ਮੈਂ ਗੋਡੇ ਭਾਰ ਹੋ ਗਿਆ ਤੇ ਮੇਰੀ ਉਹਨਾਂ ਨਾਲ ਅੱਖ ਨਾ ਅੱਖ ਰੂਬਰੂ ਹੋਈ। ਤਾਂ ਪਰ ਲੇਕਿਨ ਉਹ ਚਾਨਣ ਇੰਨਾ ਸੀ ਕਿ ਮੈਂ ਦੇਖ ਨਹੀਂ ਸਕਿਆ। ਤੇ ਇੱਕਦਮ ਮੈਂ ਉੱਠਿਆ ਤੇ ਮੈਨੂੰ ਮਤਲਬ ਮੈਂ ਦੱਸਿਆ ਵੀ ਇੱਦਾਂ ਕਰਕੇ ਮੈਨੂੰ ਸੁਪਨਾ ਆਇਆ। ਤੇ ਉਹ ਕਹਿੰਦਾ ਧੰਨ ਭਾਗ। ਇਸ ਤਰ੍ਹਾਂ ਕਰਕੇ ਉਹਨਾਂ ਦੀ ਹੋਂਦ, ਉਹਨਾਂ ਦੀ ਫੀਲਿੰਗ ਮੇਰੇ ਨਾਲ ਬਹੁਤ ਰਹੀ ਹੈ। ਔਰ ਯਕੀਨ ਕਰਨਾ, ਜਿਹੜਾ ਦੁਨੀਆ ਦਾ ਸਫ਼ਰ ਮੈਂ ਕੀਤਾ ਹੈ, ਇੰਨਾ ਕੁਛ ਉਜੜਿਆ ਹੈ, ਇੰਨਾ ਕੁਛ ਤਕਲੀਫਾਂ ਆਈਆਂ ਜਿਹਦਾ ਕੋਈ ਹਿਸਾਬ ਨਹੀਂ। ਉਹ ਗੁਰੂ ਮਹਾਰਾਜ ਜੇ ਬਾਬਾ ਦੀਪ ਸਿੰਘ ਜੀ ਨਾ ਹੁੰਦੇ ਤਾਂ ਸ਼ਾਇਦ ਮੇਰੀ ਹੋਂਦ ਅੱਜ ਤੋਂ ਕਈ ਸਾਲ ਪਹਿਲਾਂ ਮੁੱਕ ਗਈ ਹੁੰਦੀ ਤੇ ਲੋਕ ਮੈਨੂੰ ਭੁੱਲ ਵੀ ਗਏ ਹੁੰਦੇ। ਸੋ ਮੈਂ ਬਿਆਨ ਨਹੀਂ ਕਰ ਸਕਦਾ, ਪਰ ਉਹਨਾਂ ਦਾ ਪਿਆਰ, ਉਹਨਾਂ ਦਾ ਸਤਿਕਾਰ, ਗੁਰੂ ਘਰ ਦਾ ਪਿਆਰ ਤੇ ਬਾਬਾ ਜੀ, ਬਾਬਾ ਦੀਪ ਸਿੰਘ ਜੀ, ਉਹੀ ਮੇਰੀ ਜਾਨ ਨੇ, ਉਹੀ ਮੇਰੀ ਜਿੰਦ ਨੇ, ਸਾਰਾ ਕੁਝ ਉਹੀ ਨੇ, ਉਹੀ ਲਈ ਫਿਰਦੇ ਨੇ। ਨਹੀਂ ਤਾਂ ਇਸ ਗਰੀਬ ਦੇ ਕੁਝ ਨਹੀਂ ਪੱਲੇ। ਇਹ ਤੁਸੀਂ ਗੱਲ ਮੇਰੀ ਯਕੀਨ ਕਰਨਾ ਜੀ। ਹਾਂਜੀ, ਸੋ ਆਪਾਂ ਕਿੰਨੀਆਂ ਵੀ ਗੱਲਾਂ ਕਰ ਲਈਏ ਬੈਠ ਕੇ ਸਾਰੇ, ਗੱਲ ਮੈਨੂੰ ਤਾਂ ਇੱਕੋ ਹੀ ਗੱਲ ਆਉਂਦੀ ਹੈ, ਗੁਰੂ ਘਰ ਦੀ ਗੱਲ, ਗੁਰੂ ਦੀ ਗੱਲ ਸੁਣਾਉਣੀ, ਪੀਰਾਂ ਦੀ ਗੱਲ ਸੁਣਾਉਣੀ, ਹਾਂਜੀ, ਯੋਧਿਆਂ ਦੀ ਗੱਲ ਸੁਣਾਉਣੀ, ਸੂਰਮਿਆਂ ਦੀ ਗੱਲ ਸੁਣਾਉਣੀ। ਮੈਨੂੰ ਆਹੀ ਕੁਛ ਹੀ ਹੁੰਦਾ, ਹੋਰ ਤਾਂ ਮੈਨੂੰ ਮੇਰੇ ਪੱਲੇ ਹੀ ਕੁਛ ਨਹੀਂ ਹੈਗਾ। ਮੇਰੇ ਕੋਲ ਬੈਠ ਕੇ ਤੁਸੀਂ ਜਦ ਵੀ ਸੁਣੋਗੇ ਗੁਰੂ ਦੀਆਂ ਗੱਲਾਂ ਸੁਣਨਗੇ, ਇਹਨਾਂ ਦੀਆਂ ਗੱਲਾਂ, ਯੋਧਿਆਂ ਦੀਆਂ ਗੱਲਾਂ, ਸੂਰਮਿਆਂ ਦੀ ਗੱਲਾਂ ਸੁਣੋਗੇ। ਹਾਂਜੀ, ਹਾਂਜੀ, ਉਹਨਾਂ ਨੇ ਹੀ ਮੰਗਿਆ ਸੀ ਜੀ। ਮੇਰੀ ਸਿਸਟਰ ਜਦ ਬੈਠੇ ਸੀਗੇ, ਸੰਤੀਸਰ ਸਿੰਘ ਜੀ, ਤੇ ਮੇਰੀ ਜਿਹੜੀ ਸਿਸਟਰ ਸੀ, ਉਹਦਾ ਇੱਕ ਪਹਿਲਾ ਜਿਹੜਾ ਭਰਾ ਸੀ, ਉਹਦਾ ਨਾਮ ਵੀ ਗੁਰਚੇਤ ਸੀਗਾ। ਉਹਨੂੰ ਕਨੇਚ ਪਿੰਡ ਦੇ ਸ਼ਰੀਕਾਂ ਨੇ ਜ਼ਹਿਰ ਦੇ ਕੇ ਮਾਰਤਾ ਸੀ। ਉਹਦਾ ਮੰਗਣਾ ਹੋਇਆ ਸੀ ਉਦੋਂ, ਜਿੱਦਣ ਮੇਰੇ ਪਿਤਾ ਜੀ ਘਰ ਵਾਪਸ ਆਏ ਸੀ, ਉਧਰ ਉਹਦਾ ਮੰਗਣਾ ਸੀ ਤੇ ਉਹ ਘਰ ਮਰਿਆ ਪਿਆ ਸੀ। ਔਰ 19 ਸਾਲ ਦੀ ਉਹਦੀ ਉਮਰ ਸੀ। ਤੇ ਮੇਰੀ ਭੈਣ ਨੂੰ ਹਮੇਸ਼ਾ ਇਹ ਗੱਲ ਦੀ ਰਹਿੰਦੀ ਸੀ ਵੀ ਉਹ ਬਾਬਾ ਜੀ ਦੇ ਜਾਂਦੀ ਸੀ। ਤਾਂ ਬਾਬਾ ਜੀ ਨੇ ਫਿਰ ਪੁੱਛਿਆ ਤੇ ਬਾਬਾ ਜੀ ਨੇ ਕਿਹਾ, ਧੀਏ ਬੜੀ ਸੇਵਾ, 12 ਸਾਲ ਹੋ ਗਏ, ਮੰਗ ਕੀ ਮੰਗਣਾ। ਤੇ ਉਹ ਮੇਰੀ ਭੈਣ ਗੁਰਚੇਤ ਕੌਰ, ਉਹ ਮੇਰੀ ਮਾਂ ਤੋਂ ਵੀ ਵੱਧ ਕੇ ਸੀ ਮੈਨੂੰ, ਮੇਰੇ ਨਾਲ ਹਮੇਸ਼ਾ ਰਹੇ। ਉਹ ਜਦੋਂ ਚਲੇ ਵੀ ਗਏ, ਉਹਨਾਂ ਦਾ ਸਾਰਾ ਸੰਸਕਾਰ ਵੀ ਮੈਂ ਆਪਣੇ ਹੱਥੀਂ ਕੀਤਾ। ਹਾਲਾਂਕਿ ਉਹਨਾਂ ਦੇ ਬੱਚੇ ਸੀਗੇ, ਸਾਰਾ ਕੁਝ ਸੀਗਾ। ਉਹਨਾਂ ਨੇ ਕਿਹਾ ਸੀ ਨਹੀਂ, ਸਾਰਾ ਕੁਝ ਤੂੰ ਕਰਨਾ ਹੈ। ਪੱਗ ਵੀ ਮੇਰੇ ਸਿਰ ਤੇ ਰੱਖੀ ਗਈ। ਉਹਨਾਂ ਦਾ ਸਾਰਾ ਹੋਂਦ, ਅੱਜ ਵੀ ਉਹਨਾਂ ਦੀ ਤਸਵੀਰ ਜਿਹੜੀ ਹੈਗੀ ਹੈ ਮੇਰੇ ਬੈਡਰੂਮ ਦੇ ਵਿੱਚ ਲੱਗੀ ਹੁੰਦੀ ਹੈ, ਮੇਰੇ ਮਾਤਾ ਪਿਤਾ ਜੀ ਦੇ ਨਾਲ। ਉਹਨਾਂ ਨੇ ਮੰਗਿਆ ਸੀ, ਉਹਨਾਂ ਨੇ ਕਿਹਾ ਸੀ ਮੇਰਾ ਜਿਹੜਾ ਭਰਾ ਚਲਾ ਗਿਆ ਉਹ ਮੈਨੂੰ ਵਾਪਸ ਕਰ ਦਿਓ। ਫਿਰ ਮਾਤਾ ਜੀ ਵੀ ਕਹਿਣ ਲੱਗੇ, ਫਿਰ ਉਹਨਾਂ ਨੇ ਜਾ ਕੇ ਅਰਦਾਸ ਕਰਾਈ। ਤੇ ਫਿਰ ਉਹਨਾਂ ਨੇ ਕਿਹਾ ਸੀ ਵੀ ਇੱਕ ਗੱਲ ਮੈਂ ਖੈਰ ਪਹਿਲਾਂ ਵੀ ਕਹਿ ਚੁੱਕਿਆ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਬਾਬਾ ਜੀ ਕਹਿੰਦੇ ਸੀ ਵੀ ਇੱਕ ਗੱਲ ਹੈ ਵੀ ਇਸ ਤਰ੍ਹਾਂ ਭਾਈ ਮੂੰਹ ਚੋਂ ਅੱਗ ਕੱਢਿਆ ਕਰੂਗਾ, ਬੜਾ ਤੱਤਾ ਬੋਲੂਗਾ ਤੇ ਬੜੀ ਸੱਚ ਗੱਲ ਕਰੂਗਾ, ਤੇ ਤੁਸੀਂ ਸੰਭਾਲ ਲਓਗੇ ਤਾਂ ਭਾਈ ਲੈ ਜਾਓ, ਨਹੀਂ ਤਾਂ ਮੇਰਾ ਸਿੰਘ ਨਾ ਖਰਾਬ ਕਰਿਓ। ਤੇ ਉਹ ਕਈ ਵਾਰੀ ਇਹ ਗੱਲ ਚੱਲਦੀ ਹੁੰਦੀ ਹੈ। ਤੇ ਮੈਂ ਕਿਹਾ ਜੀ ਮੈਂ ਇੱਕ ਸੱਚ ਬੋਲਣਾ ਜਾਂ ਇੱਕ ਸੱਚ ਤੇ ਪਹਿਰਾ ਦੇਣਾ, ਇਹ ਗੁਰੂ ਮਹਾਰਾਜ ਦੀ ਸ਼ਕਤੀ ਵੱਲੋਂ ਮਿਲਿਆ। ਹੁਣ ਵੀ ਜੋ ਕੁਛ ਹੋ ਰਿਹਾ ਤੁਸੀਂ ਦੇਖ ਰਹੇ ਹੋ, ਬੇਸ਼ੱਕ ਉਹ
ਕਿਸੇ ਦੀ ਵੀ ਗੱਲ ਹੈ, ਉਹ ਇਸੇ ਕਰਕੇ ਹੋ ਰਿਹਾ ਕਿਉਂਕਿ ਉਹ ਇੱਕ ਸੱਚ ਦਾ ਪਹਿਰਾ ਦੇਣ ਦਾ ਮੈਨੂੰ ਹੁਕਮ ਗੁਰੂ ਘਰ ਤੋਂ ਮਿਲਿਆ, ਤੇ ਹੋਰ ਮੇਰੀ ਹੋਂਦ ਹੈ ਵੀ ਕੁਝ ਨਹੀਂ ਬੰਦੇ ਦੀ ਦੇਖਿਆ ਜਾਏ ਤਾਂ। ਹਾਂਜੀ। ਇੱਕ ਗੱਲ ਦੀ ਹੋਰ ਬੜੀ ਖੁਸ਼ੀ ਹੈ, ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਆਪਣੀ ਲਾਈਫ ਦੀ, ਕਿ ਇੱਕ ਗੱਲ ਦਾ ਮਾਣ ਬੜਾ ਗੁਰੂ ਨੇ ਮੈਨੂੰ ਬਖਸ਼ਿਆ ਹੈ, ਜਿਹਦੇ ਨਾਲ ਮੈਂ ਜਿਹੜਾ ਵੀ ਰਿਸ਼ਤਾ ਜੋੜਿਆ ਹੈ ਉਹ ਹਮੇਸ਼ਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਨਿਭਿਆ। ਜੇ ਕਿਸੇ ਨੂੰ ਮਾਂ ਕਹਤਾ ਤਾਂ ਮਾਂ ਦਾ ਰਿਸ਼ਤਾ ਹੀ ਰਿਹਾ ਹੈ ਹੁਣ ਤੱਕ ਤੇ ਰਹੂਗਾ। ਜੇ ਕਿਸੇ ਨੂੰ ਭੈਣ ਕਹਤਾ ਤਾਂ ਭੈਣ ਦਾ ਹੀ ਰਿਹਾ ਹੈ, ਜੇ ਧੀ ਕਹਤਾ ਤਾਂ ਧੀ ਦਾ ਰਿਹਾ ਹੈ, ਦੋਸਤ ਦਾ। ਇਹ ਇੱਕ ਜ਼ਰੂਰ ਗੱਲ ਦਾ ਮੈਨੂੰ ਹੋਰ ਬਖਸ਼ਿਸ਼ ਰੱਬ ਨੇ ਦਿੱਤੀ ਹੈ ਕਿ ਮੇਰੇ ਘਰ ਦੇ ਵੀ, ਹਾਲਾਂਕਿ ਮੇਰੇ ਪਿਤਾ ਤੇ ਮਾਤਾ ਜੀ ਮੈਨੂੰ ਬੁੱਕਲ 'ਚ ਲੈ ਕੇ ਕਹਿੰਦੇ ਹੁੰਦੇ ਸੀ, ਕਹਿੰਦੇ ਏਕ ਹੋ ਪਰ ਨੇਕ ਹੋ। ਸੋ ਮੈਂ ਸਮਝਦਾ ਇੱਕ ਅੱਛਾ ਇਨਸਾਨ ਬਣਨਾ ਹੀ ਜ਼ਰੂਰੀ ਹੈ। ਇਸ ਧਰਤੀ 'ਤੇ ਆਪਾਂ ਆਏ ਹਾਂ ਸਾਰੇ, ਆਪਾਂ ਇੱਕ ਦੂਜੇ ਨਾਲ ਪਿਆਰ ਕਰਨਾ ਸਿੱਖੀਏ। ਚਲੇ ਸਾਹਮਣੇ ਜਾਣਾ, ਆਉਣ ਜਾਣ ਦੀ ਹੋਂਦ ਲੱਗੀ ਹੋਈ ਹੈ। ਮੈਂ ਤੁਹਾਡੇ ਨਾਲ ਇਹ ਵੀ ਡਿਸਕਸ ਕਰਨਾ ਚਾਹੁੰਦਾ, ਜੇ ਕੋਈ ਸਵਾਲ ਪੁੱਛੇ ਕਿ ਵੀ ਇਸ ਧਰਤੀ 'ਤੇ ਆਪਾਂ ਕਰਨ ਕੀ ਆਏ, ਤਾਂ ਮੈਂ ਕਹੂੰਗਾ ਇਹ ਜਿਹੜੀ ਆਪਣੀ ਧਰਤੀ ਹੈ ਨਾ, ਇਹ ਹੈ ਕਰਮ ਭੂਮੀ। ਮੇਰੇ ਹਿਸਾਬ ਨਾਲ ਜੋ ਗੁਰੂ ਮਹਾਰਾਜ ਤੋਂ ਜਿੰਨਾ ਕੁ ਮੈਨੂੰ ਛੋਟੀ ਮੋਟੀ ਅਕਲ ਹੈਗੀ ਹੈ, ਇਹ ਕਰਮ ਭੂਮੀ ਜਿਹੜੀ ਹੈ, ਇਹਦੇ ਵਿੱਚ ਇੱਕ ਬਹੁਤ ਅੱਛੇ ਕਰਮਾਂ ਦਾ ਇੱਕ ਬਾਗ ਬੂਟਾ ਲੱਗਣਾ ਚਾਹੀਦਾ, ਫੁੱਲ ਲੱਗਣੇ ਚਾਹੀਦੇ। ਔਰ ਇਸ ਕਰਮ ਭੂਮੀ ਦੇ ਉੱਤੇ ਜਪ ਤਪ ਕਰਨਾ ਬਹੁਤ ਜ਼ਰੂਰੀ ਹੈ। ਇਹੀ ਆਪਣੀ ਹੋਂਦ ਹੈ ਦੇਖਿਆ ਜਾਏ ਤਾਂ। ਔਰ ਇਹ ਤਾਂ ਐਵੇਂ ਆਪਾਂ ਕੰਮ ਸਹੇੜ ਰੱਖਿਆ ਬਈ ਆਹ ਵੀ ਕਰ ਲਿਆ ਬੰਦੇ ਨੇ, ਉਹ ਵੀ ਕਰ ਲਿਆ, ਸਾਰਾ ਕੁਛ ਕਰੀ ਫਿਰਦਾ, ਪਰ ਆਖਿਰਕਾਰ ਹੋਂਦ ਹੀ ਸੀ ਵੀ ਕਰਮ ਭੂਮੀ ਉੱਤੇ ਆ ਕੇ ਆਪਾਂ ਜਪ ਤਪ ਕਰੀਏ ਔਰ ਜੀਵਨ ਸਫਲ ਕਰੀਏ, ਜਿੱਥੇ ਤੱਕ ਮੈਨੂੰ ਸਮਝ ਹੈ। ਸੋ ਮੈਂ ਕੋਸ਼ਿਸ਼ ਕਰਦਾ, ਉਹਦੇ ਨਾਲ ਕੋਈ ਪੈਸਾ ਜਾਇਦਾਦ ਜਿਹੜੀ ਹੋਂਦ ਹੈ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਉਹ ਤੁਹਾਡੀ ਕਿੰਨੀ ਚੜ੍ਹਤ ਹੈ। ਗੁਰੂ ਮਹਾਰਾਜ ਨੇ ਵੀ ਕਿਹਾ ਵੀ ਭਾਵੇਂ ਤੂੰ ਦੁਨੀਆ ਦਾ ਬਾਦਸ਼ਾਹ ਬਣ ਜਾ, ਤੈਨੂੰ ਸਾਰੀ ਦੁਨੀਆ ਜਾਣਦੀ ਹੋਵੇ, ਤੇਰਾ ਬਹੁਤ ਨਾਮ ਹੋਵੇ, ਜਪਜੀ ਸਾਹਿਬ ਤੋਂ ਆਉਂਦੀ ਹੈ, ਉਹਦਾ ਮਤਲਬ ਸਮਝਾ ਰਿਹਾ ਤੁਹਾਨੂੰ। ਤੇ ਤੇਰੇ ਕੋਲ ਭਾਵੇਂ ਨਗਿਣਤ ਸਾਰੀ ਦੁਨੀਆ ਦਾ ਪੈਸਾ ਹੋਵੇ, ਸਾਰੀ ਦੁਨੀਆ ਤੇਰੇ ਸਾਹਮਣੇ ਝੁਕਦੀ ਹੋਵੇ, ਤੇ ਤੇਰੀ ਜੈ ਜੈਕਾਰ ਤੇ ਵਾਹ ਵਾਹ ਹੁੰਦੀ ਹੋਵੇ, ਤਾਂ ਵੀ ਜੇ ਤੂੰ ਰੱਬ ਦੀ ਨਜ਼ਰ ਥੱਲੇ ਨਹੀਂ ਆਇਆ ਨਾ, ਉਹਦੀ ਕਿਰਪਾ ਥੱਲੇ ਨਹੀਂ ਆਇਆ, ਤਾਂ ਤੇਰਾ ਕੋਈ ਵਜੂਦ ਨਹੀਂ, ਕੁਛ ਨਹੀਂ, ਤੂੰ ਮਿੱਟੀ ਹੈ। ਸੋ ਮੈਂ ਸਮਝਦਾ ਉਸ ਰੱਬ ਦੀ ਨਜ਼ਰ ਥੱਲੇ ਆਉਣਾ ਬਹੁਤ ਜ਼ਰੂਰੀ ਹੈ। ਔਰ ਉਹ ਤਾਂ ਹੀ ਆਇਆ ਜਾਂਦਾ ਕਿ ਆਪਾਂ ਅੱਛੇ ਕਰਮ ਕਰੀਏ, ਪ੍ਰੇਮ ਭਾਵਨਾ ਰੱਖ ਕੇ ਉਹਦੀ ਆਰਾਧਨਾ ਕਰੀਏ। ਔਰ ਕੋਈ ਐਸੀ ਗੱਲ ਨਹੀਂ, ਤੁਸੀਂ ਕੋਸ਼ਿਸ਼ ਕਰੋ। ਹਾਲਾਂਕਿ ਸਭ ਤੋਂ ਔਖਾ ਕੰਮ ਹੀ ਇਹ ਹੈ, ਧਿਆਨ ਨੂੰ ਉਹਦੇ ਨਾਲ ਜੋੜਨਾ, ਸ੍ਰਿਸ਼ਟੀ ਨਾਲ ਜੋੜਨਾ ਬੜਾ ਔਖਾ ਕੰਮ ਹੈ। ਮੈਂ ਹੁਣ ਤੱਕ ਸਟਰਗਲ ਕਰ ਰਿਹਾ, ਪਰ ਜੇ ਤੁਸੀਂ ਹੋਂਦ ਹੋਵੇ ਤਾਂ ਗੁਰੂ ਬਗੈਰ ਜਿਹੜੀ ਹੈ ਉਹ ਗੱਲ ਜੁੜਦੀ ਨਹੀਂ। ਪਰ ਉਹ ਜੇ ਧਿਆਨ ਤੁਸੀਂ ਕੋਸ਼ਿਸ਼ ਕਰੋ, ਪ੍ਰੈਕਟਿਸ ਕਰੋ ਰੋਜ਼, ਤੇ ਮੈਂ ਸਮਝਦਾ ਇੱਕ ਟਾਈਮ ਐਸਾ ਆਉਂਦਾ ਜਦ ਰੱਬ ਤੁਹਾਨੂੰ ਖਿੱਚ ਲੈਂਦਾ ਆਪਣੇ ਵੱਲ। ਫਿਰ ਯਕੀਨ ਕਰਨਾ, ਉਹ ਗੱਲ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿਵੇਂ ਫੀਲ ਹੁੰਦੀ ਹੈ। ਉਹ ਗੁਰੂ ਹੀ ਜਾਣਦਾ ਤੇ ਉਹ ਆਤਮਾ ਹੀ ਜਾਣਦੀ ਹੈ ਜਿਹਦੇ ਨਾਲ ਉਹਦਾ ਪ੍ਰੇਮ ਪੈ ਜਾਂਦਾ। ਮੈਂ ਸਮਝਦਾ ਇਸੇ ਕਰਕੇ ਆਪਾਂ ਇਸ ਧਰਤੀ 'ਤੇ ਆਏ। ਹਾਂਜੀ, ਹਾਂਜੀ ਸੰਦੀਪ ਜੀ, ਜਿਹੜੀ ਤੁਸੀਂ ਗੱਲ ਪੁੱਛੀ ਨਾ ਵਾਲ ਕੱਟਣ ਦੀ, ਤੁਸੀਂ ਯਕੀਨ ਕਰਨਾ, ਮੈਨੂੰ ਹੁਣ ਤੱਕ ਇਸ ਗੱਲ ਦਾ ਬਹੁਤ ਬਹੁਤ ਦੁੱਖ ਰਹਿੰਦਾ ਹੈ। ਜੇ ਮੈਂ ਜ਼ਿੰਦਗੀ 'ਚ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੈ ਨਾ, ਗਲਤੀ ਕੀਤੀ ਹੈ, ਗੁਨਾਹ ਕੀਤਾ ਹੈ, ਕਹਿੰਦੇ ਗਲਤੀ ਮਾਫ਼ ਹੋ ਜਾਂਦੀ, ਗੁਨਾਹ ਮਾਫ਼ ਨਹੀਂ ਹੁੰਦਾ। ਉਹ ਇਹ ਸੀ ਕਿ ਜਦ ਮੈਂ 8ਵੀਂ ਕਲਾਸ 'ਚ ਬਾਲ ਕਟਾਏ ਸੀ, ਮੇਰਾ ਜੂੜਾ ਗੋਡਿਆਂ ਤੱਕ, ਮੇਰੇ ਬਾਲ ਸੀ, ਅੱਡਾ ਜੂੜਾ ਹੁੰਦਾ ਸੀ, ਪੱਗ ਬੰਨ੍ਹਦਾ ਸੀ ਮੈਂ, ਅਣਦਾੜੀਆ ਸੀ ਉਦੋਂ। ਅਤੇ ਮੇਰੇ ਫਾਦਰ ਸਾਹਿਬ ਬੜੇ ਆਸ਼ੀਸ਼ ਕਰਦੇ ਹੁੰਦੇ ਸੀ, ਮੇਰੇ ਮਦਰ ਵੀ ਮੇਰੇ ਬਾਲਾਂ ਨੂੰ ਬੜੇ ਸਵਾਰਦੇ ਹੁੰਦੇ ਸੀ। ਪਤਾ ਨਹੀਂ ਕੀ ਮੇਰੇ ਮਾੜੇ ਕਰਮ ਸੀ, ਕੀ ਮੇਰੀ ਸੋਚ ਸੀ, ਮੈਨੂੰ ਅੱਜ ਤੱਕ ਉਸ ਗੱਲ ਦਾ ਗਿਲਾ ਕਿ ਮੈਂ ਜਿੱਦਣ ਉਹ ਬਾਲ ਕਟਾਏ ਔਰ ਜਿੱਦਣ ਮੇਰੇ ਫਾਦਰ ਸਾਹਿਬ ਨੇ ਮੈਨੂੰ ਦੇਖਿਆ, ਯੂਪੀ ਗਏ ਹੋਏ ਸੀ ਦੋਨੋਂ, ਮੇਰੇ ਮਦਰ ਫਾਦਰ, ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸੀ, ਕਹਿੰਦੇ ਤੂੰ ਅੱਜ ਜ਼ਿੰਦਗੀ 'ਚ ਨਾ ਜਿਉਂਦੇ ਜੀ ਮਰ ਗਿਆ ਮੇਰੇ ਲਈ। ਕਹਿੰਦੇ ਬਹੁਤ ਪਹਿਲੀ ਵਾਰੀ ਰੋ ਵੀ ਪਏ, ਉਹਨਾਂ ਨੂੰ ਬਾਲਾਂ ਦਾ ਬਹੁਤ ਪਿਆਰ ਸੀ। ਅਤੇ ਮੇਰੇ ਮਾਤਾ ਜੀ ਮੇਰੇ ਨਾਲ ਨਾਰਾਜ਼ ਹੋ ਗਏ, ਬੜਾ ਮੁਸ਼ਕਿਲ ਲਈ ਮੈਂ ਮਨਾਇਆ ਉਹਨਾਂ ਨੂੰ। ਮੈਂ ਕਿਹਾ ਜੀ ਮੈਂ ਰੱਖ ਲੂੰਗਾ, ਕਰ ਲੂੰਗਾ। ਕਹਿੰਦੇ ਨਹੀਂ, ਇਹ ਕਹਿੰਦੇ ਹੁਣ ਗੱਲ ਬਣਨੀ ਨਹੀਂ, ਪਰ ਇੱਕ ਗੱਲ ਯਾਦ ਰੱਖੀ, ਜਿੱਦਣ ਤੂੰ ਮਰੇਂਗਾ, ਜਿੱਦਣ ਤੇਰੀ ਮੌਤ ਹੋਊਗੀ,
ਉਦਣ ਤੇਰੇ ਕੇਸ ਰੱਖੇ ਹੋਣੇ ਚਾਹੀਦੇ, ਤੇਰੇ ਦਾੜਾ ਰੱਖਿਆ ਹੋਣਾ ਚਾਹੀਦਾ, ਤੇਰੇ ਦਸਤਾਰ ਬੰਨੀ ਹੋਣੀ ਚਾਹੀਦੀ ਹੈ, ਫਿਰ ਤੈਨੂੰ ਆ ਕੇ ਦਰਸ਼ਨ ਸ਼ਾਇਦ ਦੇ ਦਈਏ। ਪਰ ਤੂੰ ਆਹ ਜਿਹੜਾ ਗੁਨਾਹ ਕੀਤਾ ਹੈ ਇਹ ਮਾਫੀਯੋਗ ਨਹੀਂ ਹੈ। ਮੈਂ ਬਹੁਤ ਕੋਸ਼ਿਸ਼ ਕੀਤੀ, ਫਿਰ ਮੈਂ ਫਿਲਮਾਂ 'ਚ ਆ ਗਿਆ। ਫਿਲਮਾਂ 'ਚ ਆਉਣ ਤੋਂ ਪਹਿਲਾਂ ਮੈਂ ਸੋਚ ਲਿਆ ਸੀ ਕ੍ਰਿਕਟ ਛੱਡ ਕੇ ਕਿ ਮੈਂ ਹੁਣ ਸਿੰਘ ਸੱਜ ਜਾਣਾ। ਫਿਰ ਮੈਨੂੰ ਤਕਦੀਰ ਕਿਤੇ ਹੋਰ ਫਿਰ ਮੈਂ ਬਾਬਾ ਜੀ ਕੋਲ ਇੱਕ ਦਿਨ ਜਾ ਕੇ ਕਿਹਾ, ਬੜਾ ਪਛਤਾਇਆ। ਬਾਬਾ ਜੀ ਕਹਿੰਦੇ ਕੋਈ ਨਹੀਂ, ਗੁਰੂ ਮਹਾਰਾਜ ਕਿਰਪਾ ਕਰਨਗੇ। ਫਿਰ ਮੈਂ ਦਸਤਾਰ ਬੰਨ੍ਹਣੀ ਸ਼ੁਰੂ ਕੀਤੀ ਔਰ ਉਹ ਦਸਤਾਰ ਹੁਣ ਮੈਂ ਬੰਨ੍ਹਦਾ ਜਦ ਵੀ ਜਾਨਾ ਬਾਹਰ ਅੰਦਰ ਕਿਤੇ ਵੀ। ਅਤੇ ਪਰ ਉਹ ਹੁਣ ਬਾਲ ਜਿਹੜੇ ਹੈ ਪਤਾ ਨਹੀਂ ਉਗਣੇ ਕਿ ਨਹੀਂ ਉਗਣੇ, ਪਰ ਸ਼ਾਇਦ ਇਸ ਚੀਜ਼ ਦੀ ਸਜ਼ਾ ਜਿਹੜੀ ਹੈ ਮੈਨੂੰ ਜ਼ਰੂਰ ਮਿਲੇਗੀ ਔਰ ਮੈਂ ਐਕਸੈਪਟ ਵੀ ਕਰਦਾ। ਮੇਰਾ ਜ਼ਿੰਦਗੀ ਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਕਿੰਨਾ ਰੋਨਾ ਅੰਦਰੋਂ, ਮੈਂ ਕਿੰਨਾ ਪਛਤਾਉਣਾ। ਇਸ ਲਈ ਮੈਨੂੰ ਮਾਫ, ਸਾਰੀ ਕੌਮ ਮੈਨੂੰ ਮਾਫ ਕਰੇ, ਤੁਸੀਂ ਸਾਰੇ ਮੈਨੂੰ ਮਾਫ ਕਰਨਾ। ਇਹ ਮੇਰਾ ਗੁਨਾਹ ਜਿਹੜਾ ਹਮੇਸ਼ਾ ਮਰਨ ਤੋਂ ਬਾਅਦ ਮੇਰੇ ਨਾਲ ਰਹੇ। ਔਰ ਫਿਰ ਦੂਜੀ ਗੱਲ ਇਹ ਸੀ ਕਿ ਫਿਲਮਾਂ ਦੇ ਵਿੱਚ ਆ ਗਏ। ਹੁਣ ਮੈਨੂੰ ਨਹੀਂ ਸੀ ਪਤਾ ਵੀ ਫਿਲਮਾਂ 'ਚ ਰੱਬ ਨੇ ਮੈਨੂੰ ਇੰਨੀ ਤਰੱਕੀ ਦੇ ਦੇਣੀ ਹੈ, ਇੰਨਾ ਮਹਾਰਾਜ ਨੇ ਵਜੂਦ ਬਣਾ ਦੇਣਾ। ਮੈਨੂੰ ਤਾਂ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ। ਫਿਰ ਉਹਦੇ 'ਚ ਆ ਗਏ ਤਾਂ ਫਿਰ ਤਰ੍ਹਾਂ ਤਰ੍ਹਾਂ ਦੇ ਰੋਲ ਕਰਨ ਲੱਗ ਗਏ। ਤਰ੍ਹਾਂ ਤਰ੍ਹਾਂ ਦੇ ਰੋਲ ਦੇ ਵਿੱਚ ਤਰ੍ਹਾਂ ਤਰ੍ਹਾਂ ਗੈਟਅਪ ਵੀ ਚਾਹੀਦਾ ਸੀ। ਫਿਰ ਕਰਦੇ 2011 ਦੇ ਵਿੱਚ ਭਾਗ ਮਿਲਖਾ ਭਾਗ ਆਈ। ਉਸ ਤੋਂ ਬਾਅਦ ਫਿਰ ਪਤਾ ਨਹੀਂ ਕੀ ਹੋਇਆ, ਸਾਲ ਡੇਢ ਸਾਲ ਬਾਅਦ ਮੈਂ ਦਾੜਾ ਸਜਾ ਲਿਆ, ਮੁੱਛ ਰੱਖ ਲਈ, ਐਵੇਂ ਮੇਰੇ ਮਨ 'ਚ ਆ ਗਿਆ। ਔਰ ਮੇਰੇ ਬਾਲ ਵੀ ਕਾਫੀ ਝੜ ਗਏ ਸੀ, ਮੈਂ ਫਿਰ ਲਵਾਏ ਉਸ ਤੋਂ ਬਾਅਦ, ਪਰ ਫਿਰ ਉਹ ਗੱਲ ਬਣਦੀ ਨਹੀਂ। ਸੋ ਇਸ ਕਰਕੇ ਵੀ ਇਹ ਮੈਨੂੰ ਗੱਲ ਦਾ ਰਹਿੰਦਾ ਹੈ, ਰੰਜ ਰਹਿੰਦਾ। ਪਰ ਦੇਖੋ ਸ਼ਾਇਦ ਆਉਣ ਵਾਲਾ ਸਮਾਂ ਕੁਛ ਐਸਾ ਹੈ ਕਿ ਜਾਣ ਤੋਂ ਪਹਿਲਾਂ, ਮਰਨ ਤੋਂ ਪਹਿਲਾਂ ਕੁਛ ਐਸੀ ਗੱਲ ਬਣ ਜਾਏ ਜਿਹੜੀ ਗੁਰੂ ਕਿਰਪਾ ਕਰ ਦੇਵੇ ਔਰ ਪਿਤਾ ਜੀ ਮੇਰੇ ਖੁਸ਼ ਹੋ ਜਾਣ, ਮੇਰੇ ਮਾਤਾ ਜੀ ਖੁਸ਼ ਹੋ ਜਾਣ। ਔਰ ਇਸ ਗਮ ਨੂੰ ਲੈ ਕੇ ਉਹ ਬੜਾ ਮਹਿਸੂਸ ਕਰਦੇ ਸੀ। ਔਰ ਧਰਤੀ ਤੋਂ ਗਏ ਵੀ ਜਦੋਂ, ਉਦੋਂ ਵੀ ਉਹ ਮੈਨੂੰ ਕਹਿੰਦੇ ਸੀ, ਕਹਿੰਦੇ ਅੱਜ ਜੇ ਕਿਤੇ ਦਸਤਾਰ ਬੰਨ੍ਹ ਕੇ ਤੂੰ ਮੇਰੇ ਕੋਲ ਬੈਠਾ ਹੁੰਦਾ ਅਤੇ ਸੰਸਕਾਰ ਕਰੇ ਮੇਰਾ, ਤਾਂ ਕਿੰਨਾ ਚੰਗਾ ਸੀ। ਉਹ ਗੱਲ ਦਾ ਮੈਨੂੰ ਦੁੱਖ ਬਹੁਤ ਰਹਿੰਦਾ। ਮੈਂ ਕੁਛ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਜ਼ਿੰਦਗੀ 'ਚ, ਸ਼ਾਇਦ ਮਾਫੀ ਮੰਗਣਾ ਵੀ ਉਹ ਪੂਰੀਆਂ ਨਹੀਂ ਹੁੰਦੀਆਂ, ਪਰ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਜੀ। ਹਾਂਜੀ ਸਰ, ਉਪਿੰਦਰ ਚੌਹਾਨ ਜੀ ਪੁੱਛਦੇ ਨੇ, ਸਰ ਤੁਹਾਨੂੰ ਅੱਜ ਦੀ ਡੇਟ 'ਚ ਕਿਸੇ ਤੋਂ ਡਰ ਲੱਗਦਾ? ਡਰ ਉਪਿੰਦਰ ਚੌਹਾਨ ਜੀ, ਉਸ ਖੁਦਾ ਤੋਂ ਬਹੁਤ ਡਰ ਲੱਗਦਾ, ਗੁਰੂ ਘਰ ਤੋਂ ਬਹੁਤ ਡਰ ਲੱਗਦਾ, ਬਾਬਾ ਦੀਪ ਸਿੰਘ ਜੀ ਤੋਂ ਬਹੁਤ ਡਰ ਲੱਗਦਾ, ਸ਼ਹੀਦਾਂ ਤੋਂ ਬਹੁਤ ਡਰ ਲੱਗਦਾ, ਪੀਰ ਪੈਗੰਬਰਾਂ ਤੋਂ ਬਹੁਤ ਡਰ ਲੱਗਦਾ, ਦੇਵੀ ਦੇਵਤਾਂ ਤੋਂ ਡਰ ਲੱਗਦਾ। ਉਹ ਇਸ ਕਰਕੇ ਡਰ ਲੱਗਦਾ ਹੈ ਕਿ ਮੈਂ ਕੋਈ ਵੀ ਇਹੋ ਜਿਹਾ ਕੰਮ ਨਾ ਮੇਰੇ ਤੋਂ ਹੋਵੇ ਜਿਹਦੇ ਨਾਲ ਮੇਰਾ ਗੁਰੂ ਘਰ, ਮੇਰੇ ਬਾਬਾ ਜੀ, ਪੀਰ ਪੈਗੰਬਰ, ਦੇਵੀ ਦੇਵਤੇ, ਇਹ ਬ੍ਰਹਮੰਡ ਦੇ ਵਿੱਚ ਜਿੰਨੇ ਵੀ, ਉਹ ਅੱਲਾ, ਉਹ ਖੁਦਾ, ਉਹ ਰਾਮ ਰਹੀਮ, ਉਹ ਨਿਰਾਕਾਰ, ਉਹ ਨਾਰਾਜ਼ ਹੋ ਜਾਏ, ਉਸ ਤੋਂ ਡਰ ਲੱਗਦਾ ਹੈ। ਔਰ ਇਨਸਾਨ ਤੋਂ ਕੀ ਡਰਨਾ, ਮੌਤ ਤੋਂ ਕੀ ਡਰਨਾ, ਇਹ ਤੇ ਖੁਦਾ ਦੀ ਦਾਤ ਹੈ, ਬਾਬਾ ਜੀ ਦੀ ਦਾਤ ਹੈ, ਗੁਰੂ ਘਰ ਦੀ ਦਾਤ ਹੈ। ਕੁਛ ਪਰਵਰਿਸ਼ ਇੱਦਾਂ ਦੀ ਹੋਈ ਜੰਗਲਾਂ ਦੇ ਵਿੱਚ। ਬਾਪੂ ਜੀ ਸ਼ੇਰ ਦਾ ਸ਼ਿਕਾਰ ਖੇਡਿਆ ਕਰਦੇ, ਬੜੇ ਵੱਡੇ ਸ਼ਿਕਾਰੀ ਸੀ। ਉਹ ਮੈਨੂੰ ਸ਼ੇਰ ਦੇ ਸ਼ਿਕਾਰ 'ਤੇ ਲੈ ਕੇ ਵੀ ਜਾਂਦੇ ਸੀ, ਛੋਟੇ ਜਿਹੇ ਨੂੰ। ਔਰ ਮੈਂ ਉਹ ਪਹਿਲੀ ਵਾਰੀ ਜਦ ਸ਼ੇਰ ਦਾ ਸ਼ਿਕਾਰ, ਮੈਨੂੰ ਉਹ ਗੁਰੂ ਨੇ ਬੜਾ ਬਚਾ ਕੇ ਰੱਖਿਆ। ਸੋ ਡਰ ਜਿਹੜਾ ਹੈ ਮਨ ਦੀ ਅਵਸਥਾ ਹੈ। ਤੁਸੀਂ ਗੁਰੂ ਮਹਾਰਾਜ ਨਾਲ ਜੁੜ ਕੇ ਰਹੋ, ਉਸ ਅਕਾਲ ਪੁਰਖ ਨਾਲ ਜੁੜ ਕੇ ਰਹੋ, ਸ਼ਹੀਦਾਂ ਨਾਲ ਜੁੜ ਕੇ ਰਹੋ। ਡਰ ਤੇ ਆਉਂਦਾ ਹੀ ਨਹੀਂ। ਨਾਲੇ ਬੰਦੇ ਨੇ ਬੰਦੇ ਤੋਂ ਕਿਉਂ ਡਰਨਾ ਹੈ ਜੀ? ਜਿਹੜੇ ਕਹਿੰਦੇ ਕਹਾਉਂਦੇ ਸੂਰਮੇ ਹੈ ਵੀ ਜੀ, ਮੈਂ ਉਹਨਾਂ ਕੋਲ ਕੀ ਹੁੰਦਾ, ਕਿਸੇ ਕੋਲ 100 ਬੰਦਾ ਹੋਊਗਾ, ਕਿਸੇ ਕੋਲ 200 ਬੰਦਾ ਹੋਊਗਾ, ਕਿਸੇ ਕੋਲ ਆਰਮੀ ਹੋਊਗੀ, ਪਰ ਉਹਦੇ 'ਚ ਆਪਣੇ 'ਚ ਦਮ ਨਹੀਂ ਹੁੰਦਾ ਵੀ ਇਕੱਲਾ ਕਿਸੇ ਨਾਲ ਕੱਟਾ-ਕੱਟੀ ਕੱਢਣੀ ਹੋਵੇ ਜਾਂ ਕੋਈ ਗੱਲ ਕਰਨੀ ਹੋਵੇ। ਉਹ ਆਪਦੀਆਂ ਫੌਜਾਂ, ਉਹ ਆਪਦੀ ਮਿਲਟਰੀ, ਉਹ ਆਪਦੀ BSF, ਉਹ ਆਪਦੀ ਪੁਲਿਸ, ਉਹ ਆਪਦੀ CRP, ਉਹ ਫਲਾਨਾ, ਉਹ ਧਮਕਾ, ਉਹਨੂੰ ਲੈ ਕੇ ਲਾਹੋ ਲਸ਼ਕਰ ਨੂੰ ਵੀ ਮੈਂ ਬਹੁਤ ਤਕੜਾ ਤਾਂ ਉਹ ਹੈ ਜਿਹੜਾ ਇਕੱਲਾ ਜੰਗਲ ਦੇ ਵਿੱਚ ਤੁਰਦਾ ਹੈ ਔਰ ਜਿਹਨੂੰ ਬੇਖੌਫ ਜ਼ਿੰਦਗੀ ਦੇ ਵਿੱਚ ਉਹ ਆਪਣਾ ਜੀਵਨ ਗੁਜ਼ਾਰ ਕੇ ਲੰਮੀ ਤਾੜ ਕੇ ਪੈ ਜਾਂਦਾ ਰਾਤ ਨੂੰ, ਅਤੇ ਸਵੇਰ ਨੂੰ ਉੱਠ ਕੇ ਗੁਰੂ ਦਾ ਨਾਂ ਲੈ ਕੇ ਫਿਰ ਤੁਰ ਪੈਂਦਾ, ਉਹ ਹੈ। ਸੋ ਜਿਹੜਾ ਡਰ ਹੈ ਇਹ ਮਨ ਦੀ ਅਵਸਥਾ ਹੈ, ਇਹਨੂੰ ਆਪਣੇ ਮਨ 'ਚੋਂ ਕੱਢ ਦਿਓ, ਕੋਈ ਫਰਕ ਨਹੀਂ ਪੈਂਦਾ। ਪਰਵਾਹ ਨਹੀਂ ਕਰੀਦੀ, ਚੜ੍ਹਦੀ ਕਲਾ 'ਚ ਰਹੀਦਾ। ਔਰ ਡਰ ਵੀ ਉਸੇ ਬੰਦੇ ਦਾ ਖਤਮ ਹੁੰਦਾ ਜਿਸ ਬੰਦੇ ਦਾ ਅੰਦਰੂਨਾ ਸਾਫ਼ ਹੋਵੇ, ਜਿਸ ਬੰਦੇ 'ਚ ਪਿਆਰ ਸਤਿਕਾਰ ਹੋਵੇ, ਗੁਰੂ ਨਾਲ ਲਿਵ ਲੱਗੀ ਹੋਵੇ, ਗੁਰੂ ਨੂੰ ਸਭ ਕੁਝ ਸਮਝਦਾ ਹੋਵੇ, ਉਹਨੂੰ ਕਦੇ ਡਰ ਨਹੀਂ ਲੱਗਦਾ ਕਿਸੇ ਦਾ।
ਹਾਂਜੀ, ਡਰ ਦੀਆਂ ਬੜੀਆਂ ਅਵਸਥਾ ਨੇ। ਇਹ ਤਾਂ ਡਿਪੈਂਡ ਕਰਦਾ ਤੁਸੀਂ ਕਿਸ ਮਾਹੌਲ 'ਚ ਜੀ ਰਹੇ ਹੋ। ਜਿਹੜਾ ਆਪਾਂ ਨੂੰ ਖੌਫ ਰਹਿੰਦਾ ਉਹ ਦੁਨੀਆ ਦਾ ਖੌਫ ਹੈ। ਲੋਕ ਕੀ ਕਹਿਣਗੇ, ਮੈਂ ਕੀ ਸੀ ਫਲਾਨਾ, ਮੇਰਾ ਆਹ ਖਤਮ ਹੋ ਗਿਆ, ਮੇਰਾ ਉਹ ਖਤਮ ਹੋ ਗਿਆ। ਤਾਂ ਇਹ ਡਰ ਜਿਹੜਾ ਹੈਗਾ ਤੁਹਾਡੀਆਂ ਗੱਲਾਂ ਬੜੀਆਂ ਮੋਟੀਵੇਟ ਕਰਦੀਆਂ ਨੇ। ਮੈਂ ਸਮਝਦਾ, ਥੈਂਕ ਯੂ, ਤੁਸੀਂ ਇਹ ਗੱਲ ਕਹੀ। ਮੋਟੀਵੇਸ਼ਨ ਤਾਂ ਕੋਈ, ਉਹ ਤਾਂ ਬੰਦਾ ਪਰਸਨਲ ਐਕਸਪੀਰੀਅੰਸ ਹੈ। ਇਹ ਜਿਹੜੀ ਤੁਸੀਂ ਚੀਜ਼ ਮਹਿਸੂਸ ਕਰਦੇ ਹੋ ਉਹਦੀ ਵਿਆਖਿਆ ਨਹੀਂ ਹੋ ਸਕਦੀ। ਉਹ ਇੱਕ ਤੁਹਾਡਾ ਆਪਦਾ ਜ਼ਿਹਨ ਹੈ। ਮੇਰੀ ਇੱਕ ਜ਼ਰੂਰ ਮੈਂ ਐਕਸਪੀਰੀਅੰਸ ਕੀਤਾ ਜ਼ਿੰਦਗੀ ਦੇ ਵਿੱਚ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸਾਰਿਆਂ ਨਾਲ, ਵੀ ਆਪਣੇ ਆਪ 'ਚ ਕਮਜ਼ੋਰੀ ਲੱਭੋ। ਮੈਂ ਹਮੇਸ਼ਾ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਕੇ ਕਈ ਸਵਾਲਾਤ ਆਪਣੇ ਨਾਲ ਕਰਦਾ ਵੀ ਤੂੰ ਕੈਸਾ ਹੈ। ਬੜੇ ਮੈਨੂੰ ਗਲਤੀਆਂ ਆਪਣੇ 'ਚ ਨਜ਼ਰ ਆਈਆਂ। ਮੈਂ ਇੱਥੇ ਗਲਤੀ ਕੀਤੀ, ਮੈਨੂੰ ਇੱਥੇ ਆਹ ਨਹੀਂ ਸੀ ਕਰਨਾ ਚਾਹੀਦਾ, ਮੈਨੂੰ ਇੱਥੇ ਆਹ ਨਹੀਂ ਸੀ ਕਹਿਣਾ ਚਾਹੀਦਾ। ਉਹ ਜੇ ਤੁਸੀਂ ਰੋਜ਼ ਆਪਣੇ ਆਪ ਨੂੰ ਸਾਫ਼ ਕਰੋ, ਅੱਜ ਰਾਤ ਨੂੰ ਸੌਣ ਤੋਂ ਪਹਿਲਾਂ, ਕਿ ਅੱਜ ਮੈਂ ਸਾਰਾ ਦਿਨ 'ਚ ਕੀ ਕੀਤਾ, ਕਿਸੇ ਨੂੰ ਉੱਚਾ ਬੋਲਿਆ ਜਾਂ ਕਿਸੇ ਨਾਲ ਮਾੜਾ ਕੀਤਾ ਜਾਂ ਮਾੜੀ ਸੋਚ ਆਈ ਹੈ ਜਾਂ ਕੁਝ ਵੀ। ਸੋ ਆਈ ਥਿੰਕ ਜੇ ਤੁਸੀਂ ਆਪਣੇ ਆਪ ਨੂੰ ਸੁਧਾਰੋ, ਆਪਣੇ ਆਪ ਨੂੰ ਕਲੀਨ ਕਰੋ, ਆਪਣੇ ਆਪ 'ਚ ਕਸੂਰ ਕੱਢ ਕੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੇਉ ਅਵਰ ਜਨ, ਗੱਲ ਇੱਥੇ ਮੁੱਕਦੀ ਹੈ। ਮੈਨੂੰ ਗੁਰੂ ਨੇ ਸ਼ਕਤੀ ਦਿੱਤੀ ਹੈ ਕਿ ਮੈਂ ਆਪਣੇ ਗੁਨਾਹ, ਆਪਣੀਆਂ ਗਲਤੀਆਂ ਮਾਫ਼ ਕਰਨ ਯੋਗ ਕਈ ਹੈ ਵੀ ਨਹੀਂ, ਕਈ ਮਾਫ਼ ਕਰਨ ਯੋਗ ਵੀ ਹੈ, ਲੇਕਿਨ ਉਹ ਮੈਂ ਆਪਣੇ ਪਰਿਵਾਰਿਕ ਰੂਪ ਦੇ ਵਿੱਚ, ਉਹ ਆਪਣੇ ਰਿਸ਼ਤਿਆਂ ਦੇ ਰੂਪ ਦੇ ਵਿੱਚ, ਉਹ ਦੁਨੀਆ ਦੇ ਰੂਪ ਦੇ ਵਿੱਚ ਉਹ ਕਿਤਾਬ ਖੋਲ੍ਹ ਕੇ ਰੱਖ ਦਿੰਦਾ ਕਿ ਭਾਈ ਇੱਥੇ ਜੋ ਕੁਝ ਵੀ ਮੇਰੇ ਨਾਲ ਬੀਤਿਆ ਹੈ, ਕਿਸੇ ਦੀ ਕੋਈ ਗਲਤੀ ਨਹੀਂ, ਇਹ ਮੇਰੇ ਆਪ ਦਾ ਕਸੂਰ ਹੈ, ਮੇਰੀ ਆਪ ਦੀ ਗੱਲ ਹੈ। ਜਦ ਤੁਸੀਂ ਦੂਜੇ ਤੇ ਕਸੂਰ ਸੁੱਟਣ ਲੱਗ ਜਾਂਦੇ ਹੋ, ਉਹਨੇ ਮੇਰੇ ਨਾਲ ਆਏ ਕੀਤਾ, ਫਲਾਣੇ ਨੇ, ਇਹ ਤੁਹਾਡੀ ਕਮਜ਼ੋਰੀ। ਸੋ ਮੈਂ ਸਮਝਦਾ ਬਹੁਤ ਜ਼ਰੂਰੀ ਹੈ, ਆਪਣੇ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਚਾਦਰ ਜਿਹੜੀ ਇੰਨੀ ਮੈਲੀ ਹੈ ਜਨਮਾਂ ਦੇ ਪਾਪਾਂ ਦੀ, ਇੱਥੋਂ ਆਪਾਂ ਸਾਫ਼ ਕਰਕੇ ਜਾਈਏ ਤਾਂ ਫਿਰ ਅੱਗੇ ਜਾ ਕੇ ਕਿਤੇ ਢੋਈ ਮਿਲ ਸਕਦੀ ਹੈ, ਨਹੀਂ ਤਾਂ ਬਹੁਤ ਔਖਾ ਲੱਗਦਾ। ਕੁਝ ਤੁਹਾਡੇ ਪਾਕਿਸਤਾਨ ਤੋਂ ਲੱਗੇ ਔਰ ਉਹ ਵੀ ਫੋਨ ਕਰ, ਉਹਨਾਂ ਨੂੰ ਕਹੋ ਵੀ ਤੁਹਾਨੂੰ ਮੈਂ ਸਾਰਿਆਂ ਦੀ ਇੱਕ ਮੈਸੇਜ ਦਾ ਜਵਾਬ ਦਊਂਗਾ ਪੜ੍ਹ ਕੇ ਅਲੱਗ ਤੋਂ। ਆ ਬੀਬਾ ਜੀ ਦੱਸ ਰਹੇ ਸੀ ਵੀ ਪਾਕਿਸਤਾਨੀ ਭਰਾ ਸਾਰੇ ਹੋਰ ਯੂਰਪੀਅਨ ਕੰਟਰੀਆਂ ਤੋਂ, ਹੋਰ ਬਾਹਰੋਂ ਕਾਫੀ ਉਹਨਾਂ ਦੇ ਮੈਸੇਜ ਨੇ। ਮੈਂ ਇੱਕ ਗੱਲ ਕਹੂੰਗਾ, ਕਦੇ ਦੀਵਾਰਾਂ ਪੈਣ ਨਾਲ ਨਾ ਪਿਆਰ ਨਹੀਂ ਖਤਮ ਹੁੰਦਾ। ਜਰਮਨੀ ਦੇ 2 ਟੁਕੜੇ ਕਰਤੇ, ਦੀਵਾਰ ਬਣਾਤੀ, ਲੋਕਾਂ ਨੇ ਦੀਵਾਰ ਢਾਤੀ, ਜਰਮਨੀ ਕਰਤਾ। ਆਪਣਾ ਐਡਾ ਵੱਡਾ ਹਿੰਦੁਸਤਾਨ ਸੀ, ਦੇਸ਼ ਸੀ ਆਪਣਾ, ਉਹ ਤਿੱਬਤ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਧਾਰ ਤੋਂ ਲੈ ਕੇ ਕਿੰਨਾ ਵੱਡਾ ਸੀ। ਸਾਡੇ ਆਪਣੇ ਵੰਡ ਵੀ ਨੇ ਆਪਣੀ ਵੰਡ ਪਾਤੀ। ਬੜੇ ਸੂਝਵਾਨ ਲੋਕ, ਵੱਡ ਵਡੇਰੇ, ਸਾਡੇ ਸਿਆਣੇ, ਉਮਰਾਂ ਹੋ ਗਈਆਂ 80-80 ਸਾਲ ਦੇ, 70-70 ਸਾਲ ਦੇ। ਕਿਹੜੀ ਕਿਤਾਬ 'ਚ ਲਿਖਿਆ ਹੈ ਵੀ ਚਿੱਟਾ ਦਾੜਾ ਹੋਣ ਨਾ, ਉਮਰ ਹੋਣ ਨਾ ਬੰਦੇ ਨੂੰ ਅਕਲ ਆ ਜਾਂਦੀ? ਨਾ 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 ਨਾ, ਅਕਲ ਤਾਂ ਰੱਬ ਦੀ, ਖੁਦਾ ਦੀ, ਅੱਲਾ ਦੀ ਦੇਣ ਹੈ। ਦੀਵਾਰ ਹੋਣ ਨਾਲ ਤੁਸੀਂ ਅੱਡ ਹੋ ਗਏ ਤਾਂ ਕੀ ਗੱਲ, ਆਪਣੇ 'ਚ ਪਿਆਰ ਖਤਮ ਹੋ ਗਿਆ, ਭਾਈਚਾਰਾ ਖਤਮ ਹੋ ਗਿਆ? ਨਾ ਨਾ, ਇਹ ਹੋ ਹੀ ਨਹੀਂ ਸਕਦਾ ਕਦੇ। ਜਿੰਨੇ ਇਸ ਧਰਤੀ ਤੇ ਸਾਰੇ ਲੋਕ, ਸਾਰੇ ਧਰਮਾਂ ਦੇ ਲੋਕ, ਸਾਰੇ ਵਰਗ ਦੇ ਲੋਕ ਮੈਨੂੰ ਬਹੁਤ ਪਿਆਰੇ ਆ ਤੇ ਤੁਸੀਂ ਮੇਰੇ ਸੀਨੇ 'ਚ ਵੱਸਦੇ ਹੋ, ਤੇ ਇਹ ਪਿਆਰ ਮੇਰੇ ਤੋਂ ਕੋਈ ਆਦਮੀ ਖੋਹ ਨਹੀਂ ਸਕਦਾ। ਮੈਂ ਹਰ ਤਿਉਹਾਰ ਮਨਾਉਣਾ, ਈਦ ਹੋਵੇ, ਕੋਈ ਤਿਉਹਾਰ ਹੋਵੇ, ਠੀਕ ਹੈ ਜੀ, ਸਿੱਖਾਂ ਦਾ ਤਿਉਹਾਰ ਹੋਵੇ, ਹਿੰਦੂਆਂ ਦਾ ਹੋਵੇ, ਮੁਸਲਮਾਨਾਂ ਦਾ ਹੋਵੇ, ਕਿਸੇ ਦਾ ਹੋਵੇ, ਉਹ ਸਾਰੇ ਮੇਰੇ ਉਹ ਮੇਰਾ ਪਰਿਵਾਰ ਹੈ। ਉਹ ਤਿਉਹਾਰ ਮਨਾਉਣਾ ਤੇ ਉਹ ਤਿਉਹਾਰ ਤੇ ਜਾ ਕੇ ਗਲ ਨਾਲ ਲਾਉਣਾ, ਇਹ ਮੇਰਾ ਜ਼ਾਤੀ ਫਰਜ਼ ਹੈ, ਮੈਂ ਸਿੱਖਿਆ। ਸੋ ਮੈਂ ਸਮਝਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ, ਪਾਕਿਸਤਾਨ ਦੇ ਲੋਕਾਂ ਨੂੰ, ਹੋਰ ਕੰਟਰੀਆਂ ਦੇ ਲੋਕਾਂ ਨੂੰ, ਤੁਹਾਨੂੰ ਬਹੁਤ ਬਹੁਤ ਪਿਆਰ, ਬਹੁਤ ਬਹੁਤ ਸਤਿਕਾਰ। ਔਰ ਯਕੀਨ ਮੰਨਣਾ, ਜਦ ਵੀ ਤੁਹਾਡੇ ਲੋਕਾਂ ਨਾਲ ਗੱਲ ਹੁੰਦੀ ਹੈ ਤਾਂ ਮੈਂ ਕਈ ਵਾਰੀ ਮੇਰੀ ਅੱਖ ਛੰਝੂ ਆ ਜਾਂਦੇ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਣਾ, ਮੈਂ ਸ਼ੂਟਿੰਗ ਤੇ ਗਿਆ ਸੀ ਅੰਮ੍ਰਿਤਸਰ, ਅਸੀਂ ਬਾਰਡਰ ਤੇ ਚਲੇ ਗਏ, ਦੀਵਾਲੀ ਵਾਲਾ ਦਿਨ ਸੀਗਾ। ਮੈਂ ਜੀ ਡੱਬੇ ਲੈ ਕੇ, ਤੇ ਦੀਵਾਲੀ ਵਾਲੇ ਦਿਨ ਖੂਬ ਸਾਰੇ ਡੱਬੇ ਲੈ ਕੇ ਅਸੀਂ ਉੱਥੇ ਬਾਰਡਰ ਤੇ ਚਲੇ ਗਏ। ਉੱਥੇ ਇੱਕ ਮੇਰਾ ਜਾਣਕਾਰ ਸੀ, ਸਾਰੇ ਬੜਾ ਪਿਆਰ ਕਰਦੇ ਸੀ। ਮੈਂ ਕਿਹਾ ਯਾਰ ਮੈਂ ਅੱਜ
ਬਈ ਮਠਾਈ ਦੇ ਡੱਬੇ ਆਪਣੇ ਭਰਾਵਾਂ ਨੂੰ ਦੇਣੇ ਆ ਪਰਲੇ ਪਾਸੇ। ਉਹ ਕਹਿੰਦੇ ਜੀ ਅੱਜ ਦਰਵਾਜ਼ੇ ਅਸੀਂ ਵੀ ਖੋਲ ਦੇਈਦੇ। ਉਹਨਾਂ ਨੇ ਜੀ ਦਰਵਾਜ਼ੇ ਖੋਲ੍ਹਤੇ ਜੀ। ਮੈਂ ਮਠਾਈ ਦੇ ਡੱਬੇ ਹੱਥ ਚੱਕੇ ਤੇ ਉਹ ਕਹਿੰਦੇ ਜੀ ਤੁਸੀਂ ਡਿਸਟੈਂਸ ਬਣਾ ਕੇ ਰੱਖੋ। ਉਹ ਮੈਂ ਕਿਹਾ ਯਾਰ ਕੀ ਗੱਲ ਕਰਦਾ, ਅੱਜ ਦੇ ਦਿਨ ਤੂੰ ਰੋਕ ਨਾ। ਮੈਂ ਜਾ ਕੇ ਜੱਫੀ ਪਾ ਕੇ ਜੀ ਮਠਾਈ ਦੇ ਡੱਬੇ ਵੰਡੇ ਤੇ ਜੀ ਮੈਂ ਵੀ ਰੋ ਪਿਆ ਤੇ ਉਧਰੋਂ ਦੀ ਜਿਹੜਾ BSF ਦਾ ਜਵਾਨ ਸੀ ਪਾਕਿਸਤਾਨ ਦਾ ਉਹ ਵੀ ਰੋ ਪਿਆ। ਸਾਰੇ ਹੀ ਰੋ ਪਏ, ਪੁੱਬਾ ਮਾਰ ਕੇ ਜਿਵੇਂ ਨਿਆਣੇ ਰੋਂਦੇ ਆ ਉਵੇਂ ਰੋ ਪਏ, ਇਹ ਸੋਚ ਕੇ ਕਿ ਸਰਜ਼ਮੀਂ ਰੱਬ ਦੀ ਬਣਾਈ ਹੋਈ, ਧਰਤੀ ਰੱਬ ਦੀ ਦਿੱਤੀ ਹੋਈ। ਓਏ ਉਹ ਕਿਹੋ ਜਿਹੇ ਇਨਸਾਨ ਆ ਅਸੀਂ ਧਰਮਾਂ ਪਿੱਛੇ ਵੰਡ ਪਾਈ ਫਿਰਦੇ ਹਾਂ। ਲੱਖ ਲਾਹਨਤ ਹੈ ਸਾਡੀ ਜ਼ਿੰਦਗੀ ਤੇ। ਉਦੋਂ ਮਹਿਸੂਸ ਹੋਇਆ ਔਰ ਬੜੇ ਉਹ ਲੰਬੇ ਜਵਾਨ ਉਹਨਾਂ ਨੇ ਬੁਲਾਇਆ, ਉਹ ਭਾਊ ਕੀ ਹਾਲ ਏ। ਮੈਂ ਕਿਹਾ ਸਵਾਦ ਆ ਗਿਆ ਗੱਲ ਸੁਣ ਕੇ, ਤੂੰ ਤੇ ਸਾਡੀ ਜਿੰਦ ਜਾਨ ਹੈ। ਮਤਲਬ ਹੁਣ ਮੈਂ ਤੁਹਾਨੂੰ ਕੀ ਦੱਸਾਂ ਤੇ ਕੀ ਨਾ ਦੱਸਾਂ। ਬਾਕੀ ਕੋਈ ਨਹੀਂ, ਵਕਤ ਆਏਗਾ ਇਹ ਦੂਰੀਆਂ ਵੀ ਮਿਟ ਜਾਣਗੀਆਂ, ਇਹ ਦੁਬਾਰਾ ਵੀ ਮਿਟ ਜਾਣਗੀਆਂ। ਗੁਰੂ ਮਹਾਰਾਜ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਤਾ, 17 ਸਾਲ ਅਰਦਾਸ, 70 ਸਾਲ ਅਰਦਾਸ ਹੁੰਦੀ ਰਹੀ, 72 ਸਾਲ ਉਹ ਲਾਂਘਾ ਖੋਲ੍ਹਤਾ ਤੇ ਇਹ ਵੀ ਖੁੱਲ੍ਹ ਜਾਣਾ। ਕਿਹੜੀ ਗੱਲ ਹੈ, ਤੁਸੀਂ ਰੱਖੋ। ਮਹਾਰਾਜ ਦੇ ਇਨਸਾਫ 'ਚ ਬਹੁਤ ਵੱਡੀ ਗੱਲ ਹੈ। ਦੇਰ ਹੈ ਲੇਕਿਨ ਅੰਧੇਰ ਨਹੀਂ ਹੋ ਸਕਦਾ। ਹਾਂਜੀ, ਬਾਕੀ ਮੇਰਾ ਤਾਂ ਇਹ ਵਿਚਾਰ ਹੈ ਵੀ ਸਾਰੀ ਦੁਨੀਆ ਹੀ ਆਪਣੀ ਹੈ। ਮੈਂ ਤਾਂ ਜਿੱਥੇ ਵੀ ਗਿਆ ਸਾਰੇ ਹੀ ਆਪਣੇ ਨੇ। ਹਾਂਜੀ, ਜੇ ਕੋਈ ਅੰਗਰੇਜ਼ੀ ਬੋਲਦਾ, ਫਾਰਸੀ ਬੋਲਦਾ, ਉਰਦੂ ਬੋਲਦਾ, ਹਿੰਦੀ ਬੋਲਦਾ, ਪੰਜਾਬੀ ਬੋਲਦਾ, ਕੋਈ ਵੀ ਬੋਲਦਾ, ਕਿਸੇ ਵੀ ਧਰਮ ਕਿਸੇ ਵੀ ਬੋਲੀ ਦਾ ਬੰਦਾ, ਉਹ ਮੇਰਾ ਆਪਣਾ ਜੀ, ਮੇਰਾ ਤਾਂ ਜੀ ਆ ਉਹ। ਕਿਉਂ? ਕਿਉਂਕਿ ਖੁਦਾ ਦਾ ਜੀ ਹੈ। ਜੇ ਉਹ ਖੁਦਾ ਦਾ ਜੀ ਹੈ ਤਾਂ ਮੈਨੂੰ ਉਹਦੇ ਨਾਲ ਬਹੁਤ ਸਤਿਕਾਰ ਤੇ ਪਿਆਰ ਹੈ। ਲਓ ਜੀ, ਹੁਣ ਮੇਰਾ ਖਿਆਲ ਬਹੁਤ ਸਮਾਂ ਹੋ ਗਿਆ। ਮੈਂ ਤੁਹਾਨੂੰ ਵਾਅਦਾ ਕਰਦਾ ਹਰ ਹਫ਼ਤੇ ਤੁਹਾਡੇ ਨਾਲ ਜ਼ਰੂਰ ਆ ਕੇ ਮਿਲਿਆ ਕਰੂੰਗਾ। ਹੈਂ ਜੀ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ। ਸ਼ਾਹੀਨ ਕਹਿੰਦੇ ਬਾਜ ਨੂੰ, ਬੜਾ ਉੱਚਾ ਉੱਡਦਾ। ਤੂੰ ਸ਼ਾਹੀਨ ਹੈ ਪਰਵਾਜ਼ ਹੈ काम तेरा, तेरे सामने आसमां और भी है। इसी रोज और शब में उलझ कर ना रह जा कि तेरे जमीन और मकान और भी हैं, सितारों से आगे जहां और भी है, अभी इश्क के इम्तिहान और भी है, और भी है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂਦੇ ਵਸਦੇ ਰਹੋ। ਮਹਾਰਾਜ ਤੁਹਾਨੂੰ ਭਾਗ ਲਾਵੇ, ਲੰਬੀਆਂ ਉਮਰਾਂ, ਖੁਸ਼ੀਆਂ ਦੇਵੇ, ਤਰੱਕੀਆਂ ਦੇਵੇ। ਔਰ ਇਸ ਮਹਾਮਾਰੀ ਨੇ ਛੇਤੀ ਚਲੇ ਜਾਣਾ, ਪਰਵਾਹ ਨਹੀਂ ਕਰਨੀ, ਚੜ੍ਹਦੀ ਕਲਾ 'ਚ ਰਹਿਣਾ। ਪਰ ਆਪਣਾ ਖਿਆਲ ਜ਼ਰੂਰ ਰੱਖਿਓ। ਇੱਕ ਇੱਕ ਜੀ ਜਿਹੜਾ ਹੈ ਉਹ ਮੈਨੂੰ ਬਹੁਤ ਸਤਿਕਾਰ ਤੇ ਪਿਆਰ ਯੋਗ ਹੈ। ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ, ਬਹੁਤ ਪਿਆਰ ਕਰਦੇ ਹੋ। ਤੁਹਾਡੇ ਪਿਆਰ